ਸ੍ਰੀ ਵਾਹਿਗੁਰੂ ਸਾਹਿਬ ਜੀ। ਪੌੜੀ ਤੀਜੀ। ਬ੍ਰਹਮਾ ਬਿਸ਼ਨ ਮਹੇਸ਼ ਤਰੈ, ਲੋਕ ਵੇਦ ਗੁਣ ਗਿਆਨ ਲੰਘਾਏ। ਭੂਤ ਭਵਿੱਖ ਵਰਤਮਾਨ, ਆਦ ਮਧ ਜਿਨ ਅੰਤ ਸਿਧਾਏ। ਬ੍ਰਹਮਾ ਬਿਸ਼ਨ ਮਹੇਸ਼ ਤਰੈ, ਲੋਕ ਵੇਦ ਗੁਣ ਗਿਆਨ ਲੰਘਾਏ। ਭੂਤ ਭਵਿੱਖ ਵਰਤਮਾਨ, ਆਦ ਮਧ ਜਿਨ ਅੰਤ ਸਿਧਾਏ। ਮਨ ਬਚ ਕਰਮ ਇਕੱਤਰ ਕਰ, ਜੰਮਣ ਮਰਨ ਜੀਵਨ ਜਨਿਆਏ। ਆਧ ਵਿਆਧ ਉਪਾਦ ਸਾਧ, ਸੁਰਗ ਮਿਰਤ ਪਾਤਾਲ ਨਿਵਾਏ। ਉੱਤਮ ਮੱਧਮ ਨੀਚ ਸਾਧ, ਬਾਲਕ ਜੋਬਨ ਬਿਰਧ ਜਨਾਏ। ਈੜਾ ਪਿੰਗੁਲਾ ਸੁਖਮਨਾ, ਤ੍ਰਿਕੁਟੀ ਲੰਘ ਤਰਬੇਣੀ ਨਹਾਏ। ਗੁਰਮੁਖ ਇਕ ਮਨ ਇਕ ਧਿਆਏ। ਈੜਾ ਪਿੰਗੁਲਾ ਸੁਖਮਨਾ, ਤ੍ਰਿਕੁਟੀ ਲੰਘ ਤਰਬੇਣੀ ਨਹਾਏ। ਗੁਰਮੁਖ ਇਕ ਮਨ ਇਕ ਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ, ਚਵਰ ਛਤਰ ਤਖਤ ਦੇ ਮਾਲਿਕ, ਗੁਰਤਾ ਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ, ਜੁਗੋ ਜੁਗ ਅਟਲ, ਹਾਜ਼ਰਾ ਹਜੂਰ ਜਾਹਰਾ ਜਹੂਰ, ਸਰਬ ਕਲਾ ਭਰਪੂਰ। ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ ਗੁਰੂ ਪਿਤਾ ਜੀ ਦੀ ਮਿਹਰਾਮਤ ਦਾ ਸਦਕਾ ਰਾਤਰੀ ਦਾ ਸਮਾਂ ਭਾਣੇ 'ਚ ਬਤੀਤ ਹੋਇਆ। ਸਤਿਗੁਰਾਂ ਨੇ ਅੰਮ੍ਰਿਤ ਵੇਲਾ ਬਖਸ਼ਿਸ਼ ਕੀਤਾ। ਅੰਮ੍ਰਿਤ ਵੇਲੇ ਮਹਾਂਪੁਰਸ਼ਾਂ ਦੇ ਪਵਿੱਤਰ ਪਾਵਨ ਸਥਾਨ ਸ੍ਰੀ ਅੰਗੀਠਾ ਸਾਹਿਬ ਵਿਖੇ ਸਤਿਗੁਰਾਂ ਦੇ ਪਵਿੱਤਰ ਪਾਵਨ ਸਰੂਪ ਤਖਤਾਂ ਤੇ ਸੁਭਾਏਮਾਨ ਹੋਏ। ਮੁੱਖ ਵਾਕ ਦੀ ਬਖਸ਼ਿਸ਼, ਨਿਤਨੇਮ ਦੀਆਂ ਬਾਣੀਆਂ ਦੇ ਜਾਪ। ਹੁਣ ਸਮਾਂ ਹੋਇਆ ਹੈ ਕਥਾ ਵਿਚਾਰ ਦਾ। ਸਤਿਗੁਰੂ ਜੀ ਮਿਹਰਾਮਤ ਕਰਨ, ਆਪ ਹੀ ਵਿੱਚ ਵਰਤ ਕਰਕੇ ਪ੍ਰੇਮ ਸ਼ਰਧਾ ਭਾਵਨਾ ਦੇ ਸਹਿਤ ਹੋ ਕਰਕੇ ਵਿਚਾਰ ਕਹਿਣਾ, ਸੁਣਨਾ, ਸਮਝਣ ਅਤੇ ਮੰਨਣ ਦੇ ਬਲ ਬਖਸ਼ਿਸ਼ ਕਰਨ। ਮਨ ਦੀ ਇਕਾਗਰਤਾ ਵਾਸਤੇ ਉਚਾਰਨ ਕਰੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੌੜੀ ਤੀਜੀ। ਬ੍ਰਹਮਾ ਬਿਸ਼ਨ ਮਹੇਸ਼ ਤਰੈ, ਲੋਕ ਵੇਦ ਗੁਣ ਗਿਆਨ ਲੰਘਾਏ। ਇਹ ਪਵਿੱਤਰ ਪਾਵਨ ਪੌੜੀ ਸਿੱਖ ਕੌਮ ਦੇ ਮਹਾਨ ਵਿਦਵਾਨ
ਤਤ ਬੇਤੇ ਬ੍ਰਹਮ ਗਿਆਨੀ ਮਹਾਂਪੁਰਸ਼। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ, ਉਹਨਾਂ ਦੀ ਪਵਿੱਤਰ ਪਾਵਨ ਰਚਨਾ ਵਾਰਾਂ ਭਾਈ ਗੁਰਦਾਸ ਜੀ ਕੀਆਂ, ਜਿਸ ਰਚਨਾ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ ਕਿ ਇਹ ਗੁਰਬਾਣੀ ਦੀ ਕੁੰਜੀ ਹੈ। ਬਹੁਤ ਸਾਰੇ ਜਿਹੜੇ ਗੁਰਬਾਣੀ ਦੇ ਅਰਥ ਹਨ, ਉਹਨਾਂ ਨੂੰ ਸਮਝਣ ਵਾਸਤੇ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਭਾਈ ਸਾਹਿਬ ਜੀ ਨੇ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਦੋ ਰਚਨਾਵਾਂ ਨੇ ਭਾਈ ਸਾਹਿਬ ਜੀ ਦੀਆਂ, ਇੱਕ ਵਾਰਾਂ ਭਾਈ ਗੁਰਦਾਸ ਜੀ ਕੀਆਂ ਤੇ ਇੱਕ ਕਵਿਤ। ਉਹ ਦੋਵਾਂ ਦੇ ਵਿੱਚ ਹੀ ਬਹੁਤ ਸਾਰੇ ਗੁਰਸਿੱਖੀ ਦੇ ਰਹਿਤਨਾਮੇ, ਗੁਰਸਿੱਖਾਂ ਦਾ ਜੀਵਨ, ਗੁਰਮੁਖ ਦਾ ਜੀਵਨ ਆਮ ਪ੍ਰਮਾਣ ਦੇ ਕਰਕੇ ਦੁਨਿਆਵੀ ਭਾਈ ਸਾਹਿਬ ਜੀ ਨੇ ਸਮਝਾਉਣ ਦਾ ਯਤਨ ਕੀਤਾ। ਇਸ ਪਵਿੱਤਰ ਪਾਵਨ ਰਚਨਾ ਦੀ ਵਿਚਾਰ ਮਹਾਂਪੁਰਸ਼ਾਂ ਦੇ ਸਥਾਨ ਤੇ ਪ੍ਰਾਰੰਭ ਹੈ। 7ਵੀਂ ਵਾਰ ਦੇ ਵਿੱਚ ਕਥਾ ਵਿਚਾਰ ਚੱਲ ਰਹੀ ਹੈ। 2 ਪੌੜੀਆਂ ਪਿੱਛੇ ਆਪਾਂ ਸਰਵਣ ਕੀਤੀਆਂ ਹਨ। ਅੱਜ ਜਿਸ ਪੌੜੀ ਦਾ ਪਾਠ ਦਾਸ ਨੇ ਸਰਵਣ ਕਰਾਇਆ ਹੈ, ਇਹ 3 ਨੰਬਰ ਪੌੜੀ ਹੈ। ਇਸ ਵਾਰ ਦੇ ਵਿੱਚ ਭਾਈ ਸਾਹਿਬ ਜੀ ਨੇ 1 ਤੋਂ ਗਿਣਤੀ ਪ੍ਰਾਰੰਭ ਕੀਤੀ ਹੈ ਕਿ ਇੱਕ ਪਰਮੇਸ਼ਰ ਦੇ ਨਾਲ ਹੀ ਜਿਹੜਾ ਗੁਰਸਿੱਖ ਹੈ ਜੁੜਦਾ, ਦਵੰਦ ਤੋਂ ਪਾਰ ਹੋ ਜਾਂਦਾ। 2 ਦੀ ਗਿਣਤੀ ਦਾ ਬਚਨ ਆਪਾਂ ਸਰਵਣ ਕੀਤਾ ਸੀ ਪਿਛਲੇ ਦਿਨੀ ਕਿ ਸ਼ਿਵ ਸ਼ਕਤੀ ਨੂੰ ਸਾਧ ਕੈ ਚੰਦ ਸੂਰਜ ਦੇਹੁ ਰਾਤ ਸਿਧਾਏ, ਸੁਖ ਦੁਖ ਸਾਧੇ ਹਰਖ ਸੋਗ, ਨਰਕ ਸੁਰਗ ਪੁੰਨ ਪਾਪ ਲੰਘਾਏ, ਜਨਮ ਮਰਨ ਜੀਵਨ ਮੁਕਤ, ਭਲਾ ਬੁਰਾ ਮਿੱਤਰ ਸਭ ਨਿਵਾਏ, ਰਾਜ ਜੋਗ ਜਿਨ ਵਸ ਕਰ, ਸਾਧ ਸੰਜੋਗ ਵਿਜੋਗ ਰਹਾਏ, ਵਸਗਤ ਕੀਤੀ ਨੀਂਦ ਭੁੱਖ, ਆਸਾ ਮਨਸਾ ਜਿਨ ਘਰ ਆਏ, ਉਸਤਤ ਨਿੰਦਾ ਸਾਧ ਕੈ, ਹਿੰਦੂ ਮੁਸਲਮਾਨ ਸਬਾਏ, ਪੈਰੀ ਪੈ ਪਾਖਾਕ ਸਦਾਈ। ਕਿ ਨਿਰਦਵੰਦ ਹੈ ਜਿਹੜਾ, ਉਹ ਤੋਂ ਨਿਰਦਵੰਦ ਹੋ ਜਾਂਦੇ ਆ। ਜੀਵਨ ਮੁਕਤ ਪੁਰਸ਼ ਹੁੰਦੇ ਆ ਜਿਹੜੇ ਇਹਨਾਂ 2 ਚੀਜ਼ਾਂ ਤੋਂ ਉੱਪਰ ਉੱਠ ਜਾਂਦੇ ਆ, ਦੁੱਖ ਤੋਂ, ਸੁੱਖ ਤੋਂ, ਹਰਖ ਸੋਗ। ਜਿਵੇਂ ਕਿਸੇ ਕਵੀ ਨੇ ਬੜੇ ਸੋਹਣੇ ਬਚਨ ਲਿਖੇ, ਉਹ ਲਿਖਦਾ, ਆਏ ਕੋ ਹਰਖ ਨਾਹੀ, ਗਏ ਕੋ ਸੋਗ ਨਾਹੀ, ਕੈਸੇ ਨਿਰਦਵੰਦ ਭਏ ਸਮਝਨੇ ਕੀ ਬਾਤ ਹੈ, ਦੇਹ ਨੇਹ ਨੇਰਾ ਨਾਹੀ, ਲਛਮੀ ਕੋ ਹੀਰਾ ਨਾਹੀ, ਮਨ ਕਾਹੂ ਫੇਰੇ ਨਾਹੀ, ਪਾਰਸ ਸਮਗਾਤ ਹੈ, ਲੋਗਨ ਕੀ ਰੀਤ ਨਾਹੀ, ਕਾਹੂ ਸੋ ਪ੍ਰੀਤ ਨਾਹੀ, ਹਾਰ ਨਾਹੀ ਜੀਤ ਨਾਹੀ, ਵਰਨ ਹੈ ਨਾ ਜਾਤ ਹੈ, ਐਸੋ ਜਬ ਗਿਆਨ ਹੋਤ ਤਬੈ ਕਿਛ ਧਿਆਨ ਹੋਤ, ਬ੍ਰਹਮ ਕੇ ਸਮਾਨ ਹੋਤ ਬ੍ਰਹਮ ਮੈਂ ਸਮਾਤ ਹੈ। ਕਿ ਜਿਹੜਾ ਮਨੁੱਖ ਇਸ ਦਵੰਦ ਤੋਂ ਉੱਪਰ ਉੱਠ ਜਾਂਦਾ ਨਾ, ਉਹ ਬ੍ਰਹਮ ਦਾ ਹੀ ਰੂਪ ਹੋ ਜਾਂਦਾ ਤੇ ਬ੍ਰਹਮ ਦੇ ਵਿੱਚ ਹੀ ਸਮਾ ਜਾਂਦਾ। ਤੇ ਅੱਜ ਭਾਈ ਸਾਹਿਬ ਜੀ ਬਖਸ਼ਿਸ਼ ਕਰਦੇ ਹੋਏ 3 ਦੀ ਗਿਣਤੀ ਹੈ ਜਿਹੜੀ ਤ੍ਰਿਕੁਟੀ ਹੈ। ਇੱਕ ਪਾਸੇ 3 ਦੀ ਗਿਣਤੀ, ਇੱਕ ਪਾਸੇ ਗੁਰਮੁਖ ਹੈ। ਗੁਰਮੁਖ ਜਿਹੜਾ ਹੈ ਉਹ ਸਿਰਫ ਇੱਕ ਪਰਮੇਸ਼ਰ ਨੂੰ ਧਿਆਉਂਦਾ ਹੈ। ਇੱਥੇ ਭਾਈ ਸਾਹਿਬ ਜੀ ਜ਼ਿਕਰ ਕਰਦੇ, ਬ੍ਰਹਮਾ ਵਿਸ਼ਨ ਮਹੇਸ਼ ਤਰੈ ਲੋਕ, ਵੇਦ ਗੁਣ ਗਿਆਨ ਲੰਘਾਏ। ਇਸ
ਪੌੜੀ ਦੇ ਵਿੱਚ ਜਿਹੜੀ ਇਹ ਪਹਿਲੀ ਪੰਗਤੀ ਹੈ, ਪਾਠ ਕਰਨ ਵਾਸਤੇ ਤ੍ਰੈ ਤੇ ਵਿਸ਼ਰਾਮ ਹੈ। ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ, ਲੋਕ ਵੇਦ ਗੁਣ ਗਿਆਨ ਲੰਘਾਏ। ਤੇ ਜਦੋਂ ਇਹਦੇ ਅਰਥ ਕਰਨੇ ਆ ਤੇ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਲੋਕ ਵੇਦ ਗੁਣ ਗਿਆਨ ਲੰਘਾਏ, ਕਿ ਬ੍ਰਹਮਾ ਵਿਸ਼ਨ ਵਿਸ਼ਨੂੰ ਮਹੇਸ਼ ਸ਼ਿਵ ਜੀ, ਇਹ ਤਿੰਨ ਦੇਵਤੇ ਤੇ ਤਿੰਨ ਹੀ ਲੋਕ, ਆਕਾਸ਼ ਲੋਕ, ਪਤਾਲ ਲੋਕ, ਮਾਤ ਲੋਕ, ਵੇਦ ਗੁਣ ਗਿਆਨ ਲੰਘਾਏ। ਵੇਦ ਧਾਰਮਿਕ ਪੁਸਤਕਾਂ ਗ੍ਰੰਥ ਗੁਣ ਅਤੇ ਗਿਆਨ ਦੀ ਤ੍ਰਿਕੁਟੀ ਤੋਂ ਲੰਘ ਕੇ, ਭਾਵ ਜਿਹੜਾ ਗੁਰਮੁਖ ਹੈ ਨਾ ਉਹ ਇਹਨਾਂ ਤੋਂ ਉੱਪਰ ਲੰਘ ਜਾਂਦਾ, ਬ੍ਰਹਮਾ ਤੋਂ ਵੀ, ਵਿਸ਼ਨੂੰ ਤੋਂ ਵੀ, ਮਹੇਸ਼ ਤੋਂ ਵੀ ਉੱਪਰ ਹੋ ਜਾਂਦਾ ਹੈ। ਤਿੰਨਾਂ ਲੋਕਾਂ ਤੋਂ ਵੀ ਉਹਦੀ ਉੱਪਰ ਪਹੁੰਚ ਹੋ ਜਾਂਦੀ, ਜਿਹੜਾ ਗੁਰਮੁਖ ਬਣ ਜਾਂਦਾ। ਕਿਹੜਾ ਗੁਰਮੁਖ? ਗੁਰਮੁਖ ਇੱਕ ਮਨ ਇੱਕ ਧਿਆਏ। ਜਿਹੜਾ ਗੁਰਮੁਖ ਗੁਰੂ ਦੇ ਮੁਖ, ਗੁਰੂ ਦੇ ਵੱਲ ਮੁਖ ਕਰਕੇ ਚੱਲਦਾ, ਗੁਰੂ ਨੂੰ ਮੁਖੀ ਬਣਾ ਕਰਕੇ ਇੱਕ ਮਨ ਇੱਕ ਚਿੱਤ ਹੋ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਂਦਾ ਹੈ, ਉਹਦੀ ਅਵਸਥਾ ਜਿਹੜੀ ਹੈ ਉਹ ਬਹੁਤ ਉੱਚੀ ਹੋ ਜਾਂਦੀ ਹੈ। ਉਹ ਬ੍ਰਹਮਾ ਸ਼ਿਵ ਜੀ ਵਿਸ਼ਨੂੰ ਵਰਗਿਆਂ ਤੋਂ ਤੇ ਵੇਦਾਂ ਦੇ ਗਿਆਨ ਤੋਂ ਵੀ ਉੱਪਰ ਲੰਘ ਜਾਂਦੇ ਆ। ਭੂਤ ਭਵਿੱਖ ਵਰਤਮਾਨ ਆਦ ਮਧ ਜਿਨ ਅੰਤ ਸਿਧਾਏ। ਇਸ ਤਰ੍ਹਾਂ ਹੀ ਭੂਤ ਜਿਹੜਾ ਬੀਤ ਗਿਆ ਸਮਾਂ, ਭੂਹ ਪਾਠ ਵੀ ਇੱਥੇ ਆਉਂਦਾ। ਭੂਤ ਕਹਿੰਦੇ ਆ ਜਿਹੜਾ ਬੀਤ ਗਿਆ ਸਮਾਂ ਪਿੱਛੇ, ਭਵਿੱਖ ਭਵਿੱਖਤ ਜਿਹੜਾ ਆਉਣ ਵਾਲਾ ਸਮਾਂ ਹੈ, ਵਰਤਮਾਨ ਜਿਹੜਾ ਹੁਣ ਚੱਲਦਾ ਪਿਆ, ਆਦ ਮੱਧ ਜਿਨ, ਆਦ ਮੱਧ ਤੇ ਅੰਤ, ਭਾਵ ਕਿ ਜਦੋਂ ਇਸ ਸੰਸਾਰ ਦੇ ਵਿੱਚ ਜੀਵ ਆਇਆ, ਜਿਹੜੀ ਇਹ ਅਵਸਥਾ ਹੈ, ਤਿੰਨ ਅਵਸਥਾ ਨੇ, ਤਿੰਨੇ ਸਮੇਂ ਨੇ ਤੇ ਤਿੰਨੇ ਹੀ ਅਵਸਥਾ ਨੇ ਜਿਹੜੀਆਂ ਆਦ ਤੋਂ ਲੈ ਕੇ ਮੱਧ, ਮੱਧ ਤੋਂ ਲੈ ਕੇ ਅੰਤ ਤੱਕ। ਕਹਿੰਦੇ ਇਹਨਾਂ ਤਿੰਨਾਂ ਅਵਸਥਾ ਨੂੰ ਵੀ ਇਹਨਾਂ ਨੇ ਜਿੱਤ ਕੇ ਸਿੱਧ ਕਰ ਲਿਆ। ਕਹਿਣ ਤੋਂ ਭਾਵ ਕੀ ਹੈ ਕਿ ਕਾਲ ਰਹਿਤ ਹੋ ਗਏ ਆ, ਕਾਲ ਦਾ ਉਹਨਾਂ ਦੇ ਅਸਰ ਨਹੀਂ ਹੁੰਦਾ। ਜਿਵੇਂ ਕਲਗੀਧਰ ਪਾਤਸ਼ਾਹ ਜੀ ਬਚਨ ਕਰਦੇ ਨਾ, ਏਕ ਛਿਨ ਇੱਕ ਚਿਤ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਜਿਹਨੇ ਇੱਕ ਚਿੱਤ ਹੋ ਕਰਕੇ ਇੱਕ ਛਿਨ ਵੀ, ਏਕ ਚਿੱਤ ਇੱਕ ਛਿਨ ਧਿਆਇਓ, ਵੀ ਇੱਕ ਛਿਨ ਥੋੜ੍ਹਾ ਮਾਤਰ ਵੀ, ਭਾਵ ਛਿਨ ਕਿੰਨਾ ਕੁ ਸਮਾਂ ਹੁੰਦਾ, ਅੱਖਾਂ ਨੂੰ ਬੰਦ ਕਰਕੇ ਖੋਲ੍ਹ ਲਈਏ ਇੰਨਾ ਸਮਾਂ ਜਿਹੜਾ ਹੈ ਨਿਮਕ ਛਿਨ ਹੁੰਦਾ। ਇੰਨਾ ਸਮਾਂ ਵੀ ਜੇ ਚਿੱਤ ਜੋੜ ਕਰਕੇ, ਕਲਗੀਧਰ ਪਿਤਾ ਜੀ ਕਹਿੰਦੇ ਕਿ ਜੇ ਵਾਹਿਗੁਰੂ ਨੂੰ ਕੋਈ ਧਿਆ ਲੈਂਦਾ ਨਾ, ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦਾ, ਕਾਲ ਦੀ ਫਾਹੀ ਵਿੱਚ ਨਹੀਂ ਆਉਂਦਾ। ਇੰਨਾ ਚਿੱਤ ਇਕਾਗਰ ਕਰਕੇ ਵਾਹਿਗੁਰੂ ਦੀ ਬੰਦਗੀ ਕਰਨ ਦਾ ਲਾਭ ਹੈ। ਅੱਜ ਪਰ ਜਿੰਨੇ ਕਰਮ ਕਰ ਰਹੇ ਨਾ ਆਪਾਂ, ਮਨ ਦੀ ਬਿਰਤੀ ਇਕਾਗਰ ਕਰਕੇ ਨਹੀਂ ਕਰ ਰਹੇ। ਹੋਰ ਦੁਨੀਆ ਦੇ ਜਿੰਨੇ ਵੀ ਕਰਮ ਨੇ ਉਹ ਚਿੱਤ ਇਕਾਗਰ ਕਰਕੇ ਕੀਤੇ ਜਾਂਦੇ ਆ। ਮਹਾਰਾਜ ਜੀ ਕਹਿੰਦੇ ਦੇਖੋ, ਸਾਵਧਾਨ ਇਕਾਗਰ ਚੀਤ, ਵੀ ਚਿੱਤ ਇਕਾਗਰ ਕਰਕੇ ਸਾਵਧਾਨ ਹੋ ਕੇ। ਪਰ ਹੁਣ ਨਾਮ ਜਪਣ ਵਾਸਤੇ, ਬੰਦਗੀ ਕਰਨ ਵਾਸਤੇ ਕਾਹਦੀ ਸਾਵਧਾਨੀ? ਕੋਈ ਬੰਦਾ ਚੋਰ ਹੈ, ਚੋਰੀ ਕਰਦਾ ਹੈ, ਉਹਨੂੰ ਡਰ ਹੁੰਦਾ ਮੈਂ ਫੜਿਆ ਨਾ ਜਾਵਾਂ, ਤੇ ਉਹ ਪੂਰੀ ਸਾਵਧਾਨੀ ਇਕਾਗਰ ਹੋ ਕੇ ਆਪਣਾ ਕਰਮ ਕਰ ਰਿਹਾ। ਕੋਈ ਬੰਦਾ ਪਾਪ ਕਰਦਾ ਹੈ, ਉਹ ਵੀ ਪਾਪ ਕਰਮ ਕਰਨ ਵਾਲਾ ਵੀ ਪੂਰਾ ਇਕਾਗਰ ਹੋ ਕੇ ਸਾਵਧਾਨ ਹੋ ਕੇ ਪਾਪ ਕਰਦਾ, ਕਿਤੇ ਮੈਂ ਫੜਿਆ ਨਾ ਜਾਵਾਂ। ਕੋਈ ਨਸ਼ੇ ਕਰਦਾ ਹੈ, ਜਿਹਦੇ ਬਾਰੇ ਕਿਸੇ ਨੂੰ ਕੋਈ ਪਤਾ ਹੀ ਨਹੀਂ, ਬਾਹਰ ਲੋਕਾਂ ਨੂੰ ਦੱਸਦਾ ਮੈਂ ਨਸ਼ਾ ਨਹੀਂ ਕਰਦਾ, ਪਰ ਨਸ਼ਈ ਬੰਦਾ ਜਿਹੜਾ ਉਹ ਵੀ ਇਕਾਗਰ ਚਿੱਤ ਸਾਵਧਾਨ ਹੋ ਕੇ ਕਿ ਕਿਤੇ ਮੈਨੂੰ ਕੋਈ ਵੇਖ ਨਾ ਲਵੇ।
ਤੇ ਉਹ ਵੀ ਡਰ ਦੇ ਵਿੱਚ, ਡਰ ਕਰਕੇ ਆਪਣੇ ਆਪ ਨੂੰ ਲੁਕੋ ਕਰਕੇ ਨਸ਼ਾ ਕਰਦਾ ਹੈ। ਪਰ ਹੁਣ ਦੇਖੋ ਮਹਾਰਾਜ ਕਹਿੰਦੇ ਜਦੋਂ ਤੂੰ ਨਾਮ ਜਪਣਾ, ਬੰਦਗੀ ਕਰਨੀ, ਸਤ ਸੰਗਤ ਕਰਨੀ, ਉਦੋਂ ਵੀ ਸਾਵਧਾਨ ਹੋ। ਕੀ ਤੋਂ ਸਾਵਧਾਨ ਹੋਣਾ? ਉਦੋਂ ਜਿਹੜਾ ਕਰਮ ਸਾਵਧਾਨ ਹੋ ਕੇ ਕਰਨਾ ਉਹ ਆਪਾਂ ਸਾਵਧਾਨ ਹੋ ਕੇ ਕਰਦੇ ਨਹੀਂ। ਬੰਦਗੀ ਕਰਨੀ ਜਿਹੜੀ ਸਾਵਧਾਨ ਹੋਣਾ ਜ਼ਰੂਰੀ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚ ਇੱਕ ਆਪਾਂ ਸਾਖੀ ਸੁਣਦੇ ਹਾਂ, ਬਹੁਤ ਵਾਰ ਸੁਣੀ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਨਾਅਰਾ ਦਿੱਤਾ ਸੀ, ਨਾ ਹਿੰਦੂ ਨਾ ਮੁਸਲਮਾਨ, ਸੁਲਤਾਨਪੁਰ ਸਾਹਿਬ ਦੀ ਧਰਤੀ ਤੇ। ਤਾਂ ਉੱਥੇ ਜਦੋਂ ਮਹਾਰਾਜ ਜੀ ਨੇ ਬਚਨ ਕਹੇ, ਜਿਹੜੇ ਮੁਲਾਣੇ ਸੀ, ਕਾਜੀ ਸੀ, ਉਹ ਜਾ ਕੇ ਨਵਾਬ ਨੂੰ ਕਹਿੰਦੇ ਆ ਕਿ ਤੇਰਾ ਮੋਦੀ ਹੈ ਨਾ ਜਿਹੜਾ, ਉਹ ਆਕੀ ਹੋ ਗਿਆ, ਉਹ ਹੁਣ ਨਾ ਹਿੰਦੂ ਨਾ ਮੁਸਲਮਾਨ ਕਹਿੰਦਾ, ਤੇ ਉਹਨੂੰ ਫੜ ਕਰਕੇ ਸਜ਼ਾ ਦੇ। ਜਦੋਂ ਮਹਾਰਾਜ ਜੀ ਨੂੰ ਸੱਦਿਆ ਗਿਆ, ਮਹਾਰਾਜ ਜੀ ਨੂੰ ਕਿਹਾ ਗਿਆ ਕਿ ਜੇ ਤੁਸੀਂ ਕਹਿੰਦੇ ਹੋ ਨਾ ਹਿੰਦੂ ਨਾ ਮੁਸਲਮਾਨ, ਚਲੋ ਸਾਡੇ ਨਾਲ ਮਸਜਿਦ ਵਿੱਚ ਨਮਾਜ਼ ਪੜ੍ਹੋ। ਹੁਣ ਦੇਖੋ ਉੱਥੇ ਨਮਾਜ਼ ਪੜ੍ਹਨੀ ਸਿਖਾਈ ਮਹਾਰਾਜ ਜੀ ਨੇ ਸਾਵਧਾਨਤਾ ਦੇ ਨਾਲ, ਸੱਚੀ ਨਮਾਜ਼। ਕੱਲੀ ਨਮਾਜ਼ ਨਹੀਂ ਸਿਖਾਈ, ਕਿਉਂਕਿ ਮਹਾਰਾਜ ਜੀ ਕਹਿੰਦੇ ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ। ਕਿ ਜਿਹੜੇ ਮਹਾਂਪੁਰਸ਼ ਹੁੰਦੇ ਨੇ ਨਾ, ਉਹ ਕਿਸੇ ਦੇ ਪਰਥਾਏ ਬਚਨ ਕਰਦੇ ਆ, ਪਰ ਉਹ ਜਿਹੜੇ ਬਚਨ ਹੁੰਦੇ ਸਾਰੇ ਜਹਾਨ ਵਾਸਤੇ ਹੁੰਦੇ ਆ। ਇਹ ਇਕੱਲਾ ਨਹੀਂ ਕਿ ਉੱਥੇ ਮੁਸਲਮਾਨਾਂ ਨੂੰ ਨਮਾਜ਼ ਪੜ੍ਹਨੀ ਸਿਖਾਈ, ਮਹਾਰਾਜ ਜੀ ਨੇ ਇਹ ਸਿਖਾਇਆ ਕਿ ਭਾਈ ਕੋਈ ਵੀ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਬੰਦਾ ਹੈ ਨਾ, ਉਹ ਸਾਵਧਾਨ ਹੋ ਕੇ ਹਜ਼ੂਰੀ ਦਾ ਪਾਠ ਕਰੇ। ਜੇ ਨਿਤਨੇਮ ਕਰਨਾ, ਕੋਈ ਬੰਦਗੀ ਕਰਨੀ ਆ, ਤਾਂ ਸਾਵਧਾਨ ਹੋ ਕੇ ਕਰੇ। ਸਾਵਧਾਨ ਕਾਹਦੇ ਪ੍ਰਤੀ ਹੋਣਾ? ਆਪਣੇ ਮਨ ਨੂੰ ਵੇਖਣਾ। ਮਨ ਨੂੰ ਵੇਖਣਾ ਕਿ ਮਨਾ ਤੂੰ ਕਿੱਥੇ ਤੁਰਿਆ ਫਿਰਦਾ, ਮਨ ਦੀ ਪਹਿਰੇਦਾਰੀ ਕਰਨੀ ਆ। ਤਾਂ ਮਹਾਰਾਜ ਜੀ ਨੇ ਉੱਥੇ ਦੇਖੋ ਉਹਨਾਂ ਨੂੰ ਇਹੀ ਸਮਝਾਇਆ। ਜਦੋਂ ਨਮਾਜ਼ ਪੜ੍ਹੀ ਉਹਨਾਂ ਨੇ, ਸਤਿਗੁਰਾਂ ਨੇ ਨਹੀਂ ਪੜ੍ਹੀ। ਸਤਿਗੁਰਾਂ ਨੂੰ ਉਹ ਨਵਾਬ ਕਹਿੰਦਾ ਕਿ ਮਹਾਰਾਜ ਤੁਸੀਂ ਬੇਅਦਬੀ ਕੀਤੀ, ਖੜੇ ਰਹੇ, ਪੜ੍ਹੀ ਨਹੀਂ ਨਮਾਜ਼। ਤਾਂ ਨਵਾਬ ਨੂੰ ਮਹਾਰਾਜ ਕਹਿੰਦੇ ਆ ਕਿ ਨਵਾਬ ਤੂੰ ਇੱਥੇ ਨਹੀਂ ਸੀ, ਸਰੀਰ ਭਾਵੇਂ ਤੇਰਾ ਇੱਥੇ ਸੀ, ਪਰ ਤੇਰਾ ਮਨ ਜਿਹੜਾ ਨਾ ਉਹ ਕਾਬਲ ਦੇ ਵਿੱਚ ਘੋੜੀਆਂ ਖਰੀਦੀ ਜਾਂਦਾ ਸੀ। ਨਵਾਬ ਨੂੰ ਜਦੋਂ ਮਹਾਰਾਜ ਜੀ ਨੇ ਅੰਦਰ ਦੀ ਗੱਲ ਦੱਸ ਦਿੱਤੀ, ਨਵਾਬ ਚੁੱਪ ਕਰ ਗਿਆ ਕਿ ਮਹਾਰਾਜ ਕੋਲੇ ਅੰਤਰਜਾਮਤਾ ਹੈ। ਕਾਜੀ ਕਹਿੰਦਾ ਮੇਰੇ ਨਾਲ ਨਮਾਜ਼ ਪੜ੍ਹ ਲੈਂਦੇ, ਮੈਨੂੰ ਕਿੰਨੇ ਸਾਲ ਹੋ ਗਏ ਨਮਾਜ਼ਾਂ ਪੜ੍ਹਦਿਆਂ ਨੂੰ। ਅੱਗੋਂ ਨਵਾਬ ਕਹਿੰਦਾ ਵੀ ਕਾਜੀ ਤੂੰ ਚੁੱਪ ਕਰ ਜਾ, ਵੀ ਇਹ ਕਿਉਂ ਆਪਣੇ ਤੂੰ ਪੜਦੇ ਖਿਲਾਉਣੇ, ਤਾਂ ਅੰਦਰ ਦੀਆਂ ਵੀ ਜਾਣਦਾ। ਪਰ ਜਦੋਂ ਕਾਜੀ ਦੇ ਅੰਦਰ ਹੰਕਾਰ ਸੀ ਕਿ ਮੈਂ ਬਹੁਤ ਵੱਡਾ ਕਾਜੀ ਹਾਂ, ਬੜੇ ਲੰਮੇ ਸਮੇਂ ਤੋਂ ਨਮਾਜ਼ ਪੜ੍ਹ ਰਿਹਾ, ਤਾਂ ਮਹਾਰਾਜ ਜੀ ਨੇ ਉਹਨੂੰ ਵੀ ਦੱਸ ਦਿੱਤਾ ਕਿ ਤੂੰ ਵੀ ਤਾਂ ਘਰੇ ਵਿਸ਼ੇਰੇ ਦੇ ਮਗਰ ਹੀ ਤੁਰਿਆ ਫਿਰਦਾ ਸੀ, ਧਿਆਨ ਤੇਰਾ ਵੀ ਇੱਥੇ ਨਹੀਂ ਸੀ। ਤਾਂ ਜਦੋਂ ਮਹਾਰਾਜ ਜੀ ਨੇ ਉਹਨਾਂ ਨੂੰ ਨਿਰੁੱਤਰ ਕਰ ਦਿੱਤਾ, ਸਮਝਾਉਣ ਦਾ ਤਰੀਕਾ ਸਤਿਗੁਰਾਂ ਦਾ ਕਿ ਜਿੱਥੇ ਸਾਡਾ ਸਰੀਰ ਗੁਰੂ ਕੋਲੇ ਆਉਂਦਾ ਹੈ ਨਾ, ਉੱਥੇ ਸਾਡਾ ਮਨ ਵੀ ਆਉਣਾ ਚਾਹੀਦਾ। ਮਨ ਨੂੰ ਵੀ ਸਾਵਧਾਨ ਕਰਨਾ। ਤੇ ਫਿਰ ਇਹਨੂੰ ਡਰ, ਮਨ ਨੂੰ ਸਾਵਧਾਨ ਕਰਨ ਵਾਸਤੇ ਕਿਹੜਾ ਤਰੀਕਾ ਵਰਤਿਆ ਜਾਵੇ ਜਿਹਦੇ ਕਰਕੇ ਇਕਾਗਰ ਹੋਵੇ। ਮਹਾਰਾਜ ਜੀ ਕਹਿੰਦੇ ਇਹਨੂੰ ਇੱਕ ਡਰ ਪਾ ਇਹਦੇ ਅੰਦਰ। ਉਹ ਡਰ ਕਿਹੜਾ ਹੈ? ਮਹਾਰਾਜ ਕਹਿੰਦੇ ਆਪਣੇ ਮਨ ਨੂੰ ਸਮਝਾ ਕੇ ਮਨਾ, ਕੋਈ ਪਤਾ ਨਹੀਂ ਕਦੋਂ ਸਵਾਸ ਖਤਮ ਹੋ ਜਾਣੇ ਆ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੈ ਤਨ ਸੀਜੈ, ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਣ ਬਿਦ ਕੀਜੈ। ਜਾਂ ਇਹਨੂੰ ਇਹ ਸਮਝਾਇਆ ਕਰਕੇ ਜਿਹੜਾ ਕਾਲ ਮੌਤ ਦਾ ਸੱਪ ਹੈ ਨਾ, ਉਹ ਤੇਰੇ ਸਿਰ ਤੇ ਖੜਾ ਤੇ ਉਹਨੇ ਪਤਾ ਨਹੀਂ ਕਦੋਂ ਇਹਨੂੰ ਡੱਸ ਲੈਣਾ। ਕਾਲ ਬਿਆਲ ਜੋ ਪਰਿਓ ਡੋਲੈ, ਮੁਖ ਪਸਾਰੈ ਮੀਤ, ਆਜ ਕਾਲ ਹੁਣ ਤੋਹੇ ਕਰਸ ਹੈ, ਸਮਝ ਰੱਖੋ ਚੀਤ। ਕਿ ਉਹ ਮੌਤ ਦਾ, ਕਾਲ ਦਾ ਸੱਪ ਤੇਰੇ ਸਿਰ ਤੇ ਖੜਾ ਹੈ, ਭਿਆਨਕ ਸੱਪ। ਉਹਨੇ ਪਤਾ ਨਹੀਂ ਅੱਜ ਜਾਂ ਕੱਲ, ਅੱਜ ਕੱਲ ਦਾ ਜਿਹੜਾ ਸਮਾਂ ਹੈ ਨਾ, ਇਹ ਅੱਜ ਕੱਲ ਸ਼ਬਦ ਵਰਤਿਆ। ਅੱਜ ਕੱਲ ਦਾ ਅਰਥ ਜਿਹੜਾ ਸਵਾਸ ਅਸੀਂ ਲੈ ਲਿਆ ਉਹ ਅੱਜ ਹੈ, ਤੇ ਜਿਹੜਾ ਸਵਾਸ ਬਾਹਰ ਚਲਾ ਗਿਆ ਉਹਨੇ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ, ਕੱਲ ਹੈ। ਕਿਉਂਕਿ ਕੱਲ ਕਦੇ ਆਉਂਦੀ ਹੀ ਨਹੀਂ।
ਆਪਾਂ ਆਮ ਹੀ ਪੜ੍ਹਦੇ ਨੇ ਦੁਕਾਨਾਂ ਤੇ ਲਿਖਿਆ ਹੁੰਦਾ ਵੀ ਅੱਜ ਨਗਦ ਕੱਲ ਉਧਾਰ, ਤੇ ਕੱਲ ਆਉਂਦੀ ਕਦੇ? ਕੱਲ ਨਹੀਂ ਆਉਂਦੀ ਕਦੇ ਵੀ। ਇਸ ਕਰਕੇ ਸਾਡੇ ਸਵਾਸ ਹੀ ਨੇ ਅੱਜ ਕੱਲ, ਬਸ ਜਿਹੜਾ ਸਵਾਸ ਆ ਗਿਆ ਉਹ ਅੱਜ ਹੈ, ਤੇ ਜਿਹੜਾ ਸਵਾਸ ਬਾਹਰ ਗਿਆ ਵਾਪਸ ਉਹਨੇ ਆਉਣਾ ਉਹ ਕੱਲ ਹੈ। ਪਤਾ ਨਹੀਂ ਆਉਣਾ ਕਿ ਨਹੀਂ ਆਉਣਾ। ਤਾਂ ਹੀ ਮਹਾਰਾਜ ਕਹਿੰਦੇ ਨਾ, ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ, ਨਾਨਕ ਬਿਨਵੈ ਤਿਸੈ ਸਰੇਵਹੁ, ਜਾ ਕੇ ਜੀ ਪ੍ਰਾਣਾ। ਕਿ ਅਸੀਂ ਇੱਕ ਦਮ ਦੇ ਆਦਮੀ ਆ। ਜੇ ਦਮ ਸਾਹ ਆਇਆ ਆਦਮੀ, ਜੇ ਸਾਹ ਨਾ ਆਇਆ ਤੇ ਉਹੀ ਸਰੀਰ ਜਿਹਨੂੰ ਆਦਮੀ ਕਹਿੰਦੇ ਆ ਉਹਨੂੰ ਆਪਾਂ ਮੁਰਦਾ ਕਹਿਣ ਲੱਗ ਪੈਂਦੇ। ਉਹਨੂੰ ਕੋਈ ਆਦਮੀ ਥੋੜਾ ਕਹਿੰਦਾ, ਮੁੜ ਕੇ ਉਹਨੂੰ ਮੁਰਦਾ ਹੀ ਕਹਿੰਦੇ। ਸੋ ਇਸ ਕਰਕੇ ਸਾਵਧਾਨਤਾ ਬੜੀ ਜ਼ਰੂਰੀ। ਤੇ ਭਾਈ ਸਾਹਿਬ ਜੀ ਕਹਿੰਦੇ ਗੁਰਮੁਖ ਇੱਕ ਮਨ ਇੱਕ ਧਿਆਏ। ਜਿਹੜਾ ਗੁਰਮੁਖ ਹੈ ਨਾ ਉਹ ਇੱਕ ਮਨ ਇੱਕ ਚਿੱਤ ਹੋ ਕਰਕੇ ਪਰਮੇਸ਼ਰ ਨੂੰ ਧਿਆਉਂਦਾ। ਤੇ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਇੱਕ ਚਿੱਤ ਹੋ ਕਰਕੇ ਇੱਕ ਛਿਨ ਵਾਹਿਗੁਰੂ ਨੂੰ ਧਿਆਇਆ, ਉਹ ਕਾਲ ਫਾਸਦੀ, ਕਾਲ ਦੀ ਫਾਹੀ ਤੋਂ ਬਚ ਜਾਂਦੇ। ਭਾਵ ਜੰਮਣ ਮਰਨ ਉਹਨਾਂ ਦਾ ਖਤਮ ਹੋ ਜਾਂਦਾ। ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਜਦੋਂ ਬਾਬਾ ਬੁੱਢਾ ਸਾਹਿਬ ਜੀ ਆਉਂਦੇ ਆ, ਛੋਟੀ ਜੀ ਉਮਰ ਹੈ 12 ਕੁ ਸਾਲ ਦੀ, ਤੇ ਆ ਕੇ ਮਹਾਂਪੁਰਸ਼ਾਂ ਨੂੰ ਬੇਨਤੀ ਕਰਦੇ ਆ ਕਿ ਸਤਿਪੁਰਸ਼ੋ, ਮਨ ਵਿੱਚ ਡਰ ਬਣਿਆ ਮੌਤ ਦਾ। ਮੌਤ ਆਉਣ ਤੋਂ ਪਹਿਲਾਂ ਪਹਿਲਾਂ ਮੈਨੂੰ ਕੋਈ ਇਹੋ ਜਿਹਾ ਤਰੀਕਾ ਦੱਸ ਦਿਓ ਜਿਹਦੇ ਕਰਕੇ ਮੇਰਾ ਜੀਵਨ ਸਫਲ ਹੋ ਜਾਵੇ, ਮੇਰਾ ਜਨਮ ਮਰਨ ਕੱਟਿਆ ਜਾਵੇ, ਮੌਤ ਦਾ ਡਰ ਅੰਦਰੋਂ ਨਿਕਲ ਜਾਵੇ। ਤਾਂ ਗੁਰੂ ਨਾਨਕ ਸਾਹਿਬ ਜੀ ਉਹਨੂੰ ਕਹਿੰਦੇ ਕਿ ਉਮਰ ਤੇਰੀ ਬੱਚਿਆਂ ਵਾਲੀ, ਪਰ ਗੱਲਾਂ ਤੂੰ ਬੁੱਢਿਆਂ ਵਾਲੀਆਂ ਕਰਦਾ। ਨਾ ਤਾਂ ਬੂੜਾ ਸੀ, ਘਰਦਿਆਂ ਨੇ ਨਾ ਬੂੜਾ ਰੱਖਿਆ, ਪਰ ਮਹਾਰਾਜ ਜੀ ਦੇ ਬਚਨ ਕਹਿਣ ਤੇ ਕਿ ਤੂੰ ਉਮਰ ਤੇਰੀ ਬੱਚਿਆਂ ਵਾਲੀ, ਗੱਲਾਂ ਤੇਰੀਆਂ ਬੁੱਢਿਆਂ ਵਾਲੀਆਂ, ਤਾਂ ਉਹਨਾਂ ਨੂੰ ਆਪਾਂ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗ ਪਏ। ਨਾ ਉਹਨਾਂ ਦਾ ਇਹ ਮਸ਼ਹੂਰ ਹੋ ਗਿਆ। ਫਿਰ ਮਹਾਰਾਜ ਉਹਨੂੰ ਪੁੱਛਦੇ ਕਿ ਤੈਨੂੰ ਇਹ ਗਿਆਨ ਕਿੱਥੋਂ ਹੋਇਆ? ਕਹਿਣ ਲੱਗਾ ਮਹਾਰਾਜ ਅਸੀਂ ਜ਼ਿਮੀਂਦਾਰ ਹਾਂ, ਫਸਲ ਬੀਜੀ ਆ, ਪਰ ਸਾਡੇ ਪਿੰਡ ਦੇ ਵਿੱਚ ਮੁਗਲ ਆਏ, ਉਹਨਾਂ ਦੇ ਅਹਿਲਕਾਰ, ਉਹਨਾਂ ਦੇ ਸਿਪਾਹੀਆਂ ਨੇ ਘੋੜੇ ਲਏ, ਸਾਡੇ ਖੇਤਾਂ ਵਿੱਚ ਵਾੜੇ। ਕਿਸੇ ਦੀ ਕੱਚੀ ਫਸਲ, ਕਿਸੇ ਦੀ ਪੱਕੀ, ਕਿਸੇ ਦੀ ਅੱਧ ਕੱਚੀ, ਕਿਸੇ ਦੀ ਅੱਧ ਪੱਕੀ ਫਸਲ ਸੀ ਨਾ ਜਿਹੜੀ, ਸਾਰੀ ਬਰਬਾਦ ਕਰ ਦਿੱਤੀ ਉਹਨਾਂ ਨੇ। ਤੇ ਮੇਰੇ ਮਨ ਵਿੱਚ ਆਇਆ ਮਨਾ ਵੀ ਅਸੀਂ ਤਾਂ ਹਰ ਬੰਦਾ ਸੋਚ ਕੇ ਬੈਠਾ ਸੀ ਕਿ ਫਸਲ ਪੱਕੇਗੀ ਤੇ ਘਰ ਵਿੱਚ ਆਵੇਗੀ। ਮੇਰੇ ਮਨ ਵਿੱਚ ਇਹ ਗਿਆਨ ਆ ਗਿਆ ਕਿ ਹਰ ਬੰਦਾ ਵੀ ਇਹ ਸੋਚ ਕੇ ਬੈਠਾ ਕਿ ਮੈਂ ਵੱਡਾ ਹੋਵਾਂਗਾ, ਨੌਜਵਾਨ ਹੋਵਾਂਗਾ, ਨੌਜਵਾਨ ਤੋਂ ਅੱਗੇ ਜਾ ਕੇ ਬਜ਼ੁਰਗ ਹੋਵਾਂਗਾ। ਜਿਵੇਂ ਆਮ ਹੀ ਆਪਾਂ ਕਹਿ ਦਈਏ ਕਿ ਕਿਸੇ ਨੂੰ ਕਹੀਏ ਵੀ ਭਾਈ ਤੂੰ ਨਾਮ ਜਪ ਲਿਆ ਕਰ, ਕਹਿੰਦਾ ਕੋਈ ਗੱਲ ਨਹੀਂ, ਹਜੇ ਤਾਂ ਬੜੀ ਉਮਰ ਪਈ ਆ ਨਾਮ ਜਪਣ, ਬੰਦਗੀ ਕਰਨ ਨੂੰ। ਪਰ ਮਹਾਰਾਜ ਜੀ ਕਹਿੰਦੇ ਜਨਮ ਬਿਰਥਾ ਜਾਤ, ਰੰਗ ਮਾਇਆ ਕੈ। ਵੀ ਜਨਮ ਤਾਂ ਤੇਰਾ ਬਿਰਥਾ ਤੁਰਿਆ ਜਾਂਦਾ ਮਾਇਆ ਦੇ ਰੰਗ ਪ੍ਰੇਮ ਦੇ ਵਿੱਚ। ਗੁਰੂ ਦਾ ਪਿਆਰ ਤਾਂ ਬਣਿਆ ਹੀ ਨਹੀਂ, ਗੁਰੂ ਨਾਲ ਤਾਂ ਪ੍ਰੇਮ ਲੱਗਿਆ ਹੀ ਨਹੀਂ, ਮਾਇਆ ਦਾ ਹੀ ਪ੍ਰੇਮ ਹੈ ਨਾ। ਹਜੇ ਤਾਂ ਗੁਰੂ ਕੋਲ ਵੀ ਆਉਂਦਾ ਤਾਂ ਵੀ ਮਾਇਆ ਕਰਕੇ ਹੀ ਆਉਂਦਾ। ਗੁਰੂ ਕੋਲੇ ਇਹ ਤਾਂ ਨਹੀਂ ਆਉਂਦਾ ਵੀ ਗੁਰੂ ਨਾਲ ਪਿਆਰ ਹੈ, ਗੁਰੂ ਦੀ ਬਾਣੀ ਨਾਲ ਪਿਆਰ ਹੈ, ਸਤ ਸੰਗਤ ਨਾਲ ਪਿਆਰ ਹੈ। ਅੰਦਰ ਤਾਂ ਉਹੀ ਫੁਰਨਾ ਚੱਲੀ ਜਾਂਦਾ, ਮਾਇਆ ਦਾ ਹੀ ਪ੍ਰੇਮ। ਵੀ ਕਿਹੜੇ ਤਰੀਕੇ ਨਾਲ ਮਾਇਆ ਆ ਜਾਵੇ, ਕਿਹੜੇ ਤਰੀਕੇ ਨਾਲ ਕਾਰੋਬਾਰ ਵਧੀਆ ਚੱਲਣ ਲੱਗ ਪਵੇ, ਕਿਹੜੇ ਤਰੀਕੇ ਦੇ ਨਾਲ ਘਰ ਪਰਿਵਾਰ ਵਿੱਚ ਸੁਖ ਸ਼ਾਂਤੀ ਹੋ ਜਾਵੇ। ਹੈ ਤਾਂ ਸਾਰੇ ਮਾਇਆ ਦੇ ਹੀ ਰੰਗ ਹੈ ਨਾ, ਮਾਇਆ ਦਾ ਹੀ ਪ੍ਰੇਮ ਹੈ ਸਾਰਾ ਹੀ ਮਾਇਆ ਦਾ। ਤਾਂ ਮਹਾਰਾਜ ਕਹਿੰਦੇ ਜਨਮ ਬਿਰਥਾ ਜਾਤ, ਵੀ ਜਨਮ ਬਿਰਥਾ ਜਾ ਰਿਹਾ ਤੇਰਾ। ਪਰਮੇਸ਼ਰ ਦਾ ਰੰਗ ਲਾਉਣਾ ਸੀ, ਫਿਰ ਤੇਰਾ ਜੀਵਨ ਜਿਹੜਾ ਸੀ ਨਾ ਸਫਲ ਹੋਣਾ ਸੀ। ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਉਹਨੇ ਕਿਹਾ, ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਨਾ ਕਿ ਮੈਨੂੰ ਇਹ ਗਿਆਨ ਹੋ ਗਿਆ ਕਿ ਕੋਈ ਮਹਾਂਪੁਰਸ਼ ਲੱਭ ਲਈਏ ਜਿਹਨੂੰ ਬੇਨਤੀ ਕਰਕੇ ਆਪਣਾ ਜਨਮ ਮਰਨ ਕਟਾ ਲਈਏ, ਮੌਤ ਦਾ ਡਰ ਅੰਦਰੋਂ ਨਿਕਲ ਜਾਵੇ। ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਬਚਨ ਕੀਤੇ ਕਿ ਅੰਮ੍ਰਿਤ ਵੇਲੇ ਉੱਠ ਕਰਕੇ ਇੱਕ ਮਨ ਇੱਕ ਚਿੱਤ ਹੋ ਕੇ ਪਰਮੇਸ਼ਰ ਦਾ ਨਾਮ ਧਿਆਇਆ ਕਰੋ, ਤੁਹਾਡੀ ਆਰਜਾ ਵੀ ਵਧੇਗੀ। ਭਾਈ ਗੁਰਦਾਸ ਜੀ ਨੇ ਲਿਖਿਆ, ਅੱਗੇ ਜਾ ਕੇ ਜ਼ਿਕਰ ਆਵੇਗਾ, ਬੂੜਾ ਬੁੱਢਾ ਇੱਕ ਮਨ ਧਿਆਵੈ।
कि ਜਿਹੜੇ ਬਾਬਾ ਬੁੱਢਾ ਸਾਹਿਬ ਜੀ ਆ ਉਹ ਇੱਕ ਮਨ ਹੋ ਕਰਕੇ, ਇੱਕ ਮਨ ਕਰਨਾ ਬਹੁਤ ਔਖਾ ਸਾਧ ਸੰਗਤ ਜੀ। ਦਾਸ ਅੱਗੇ ਵੀ ਬੇਨਤੀ ਕਰਦਾ ਹੁੰਦਾ ਕਿ ਜਿਵੇਂ ਬੀਜ ਹੈ ਨਾ, ਬੀਜ ਆਪਾਂ ਬੀਜਦੇ ਹਾਂ, ਸਾਬਤ ਬੀਜ ਜਿਹੜਾ ਉਹ ਉਗਦਾ। ਸਾਬਤ ਬੀਜ, ਕੋਈ ਵੀ ਕਿਸੇ ਵੀ ਚੀਜ਼ ਦਾ ਬੀਜ ਲੈ ਲਈਏ ਨਾ ਆਪਾਂ, ਜੇ ਉਹ ਸਾਬਤ ਹੈ ਤਾਂ ਉਹ ਉਗਦਾ। ਜੇ ਉਹਨੂੰ ਦੋ ਫਾੜ ਕਰ ਦਿੱਤਾ ਜਾਵੇ ਨਾ, ਬੀਜ ਨੂੰ ਦੋ ਫਾੜ ਕਰ ਦਈਏ, ਪਾੜ ਦਈਏ, ਦੋ ਟੁਕੜੇ ਕਰ ਦਈਏ, ਉਹਨੂੰ ਦਲ ਦਈਏ, ਉਹਦਾ ਦਲੀਆ ਬਣਾ ਦਈਏ, ਉਹ ਕਦੇ ਨਹੀਂ ਉਗਦਾ। ਤੇ ਮਨ ਵੀ ਜੇ ਸਾਡਾ ਸਾਬਤ ਹੈ, ਮਨ ਜੇ ਸਾਡਾ ਸਾਬਤ ਹੈ ਨਾ, ਵੀ ਸਾਬਤ ਦਾ ਭਾਵ ਵੀ ਇੱਕ ਥਾਂ ਤੇ ਟਿਕਿਆ ਹੋਇਆ ਗੁਰੂ ਦੇ ਚਰਨਾਂ ਵਿੱਚ, ਤਾਂ ਫਿਰ ਸਾਡੇ ਮਨ ਨੇ ਸਾਡਾ ਉਧਾਰ ਕਰਵਾ ਦੇਣਾ। ਤੇ ਜੇ ਮਨ ਦੇ ਹੀ ਖੰਡ ਖੰਡ ਹੋਏ ਪਏ, ਟੁਕੜੇ ਟੁਕੜੇ ਹੋਏ ਪਏ ਆ, ਗੁਰੂ ਕੋਲੇ ਬੈਠਾ ਮਨ ਵੀ ਘਰੇ ਤੁਰਿਆ ਫਿਰਦਾ, ਜਿਵੇਂ ਕਾਜੀ ਦਾ ਤੁਰਿਆ ਫਿਰਦਾ ਸੀ ਘਰੇ, ਨਵਾਬ ਦਾ ਘੋੜੀਆਂ ਖਰੀਦਣ ਤੁਰਿਆ ਫਿਰਦਾ ਸੀ, ਮਨ ਦੇ ਤਾਂ ਟੁਕੜੇ ਹੋ ਗਏ ਨਾ। ਇੰਨੀ ਇਕਾਗਰਤਾ ਵੀ ਮਨ ਗੁਰੂ ਦੇ ਸ਼ਬਦ ਵਿੱਚ ਜੋੜਨਾ, ਸੁਰਤ ਦੇ ਸ਼ਬਦ ਦਾ ਅਭਿਆਸ ਕਰਨਾ, ਮਨ ਇਕਾਗਰ ਕਰਕੇ, ਸਾਵਧਾਨ ਕਰਕੇ। ਪਰ ਦੇਖੋ ਧਾਰਮਿਕ ਕਰਮ ਆਪਾਂ ਦੇਖਦੇ ਹੀ ਆ ਨਾ, ਧਾਰਮਿਕ ਕਰਮ ਜਿੰਨੇ ਵੀ ਕੀਤੇ ਜਾਂਦੇ ਉਹਨਾਂ ਦੇ ਵਿੱਚੋਂ ਤਕਰੀਬਨ 95% ਜਿਹੜੇ ਧਾਰਮਿਕ ਕਰਮ ਨੇ ਉਹਨਾਂ ਵਿੱਚ ਮਨ ਸ਼ਾਮਲ ਨਹੀਂ ਹੁੰਦਾ, ਜਦੋਂ ਕਿ ਮਨ ਸ਼ਾਮਲ ਹੋਣਾ ਬੜਾ ਜ਼ਰੂਰੀ ਹੈ। 5% ਲੋਕ ਹੋਣਗੇ ਜਿਨ੍ਹਾਂ ਦਾ ਮਨ ਸ਼ਾਮਲ ਹੁੰਦਾ ਹੋਵੇਗਾ, ਪਰ ਨਹੀਂ, ਬਹੁਤ ਬਹੁਤਾਤ ਉਹਨਾਂ ਦੀ ਹੈ ਜਿਨ੍ਹਾਂ ਦਾ, ਕਿਸੇ ਨੂੰ ਪੁੱਛ ਕੇ ਦੇਖ ਲਿਓ, ਭਾਵੇਂ ਕੋਈ ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲਾ ਹੈ, ਉਹ ਵੀ ਕਹੇਗਾ ਮੇਰਾ ਮਨ ਨਹੀਂ ਟਿਕਦਾ, ਮੇਰਾ ਮਨ ਨਹੀਂ ਇਕਾਗਰ ਹੁੰਦਾ। ਪਰ ਇਹ ਵੀ ਗੱਲ ਬਹੁਤ ਵੱਡੀ ਹੈ, ਕਿਸੇ ਨੂੰ ਤਾਂ ਸਮਝ ਹੀ ਨਹੀਂ ਕਿ ਮਨ ਕਿਵੇਂ ਟਿਕਦਾ। ਜਿਵੇਂ ਇੱਕ ਵਾਰ ਗੁਰੂ ਮਹਾਰਾਜ ਜੀ ਦੇ ਕੋਲ ਆਏ ਸਿੱਖ, ਮਹਾਰਾਜ ਜੀ ਨੂੰ ਆ ਕੇ ਬੇਨਤੀ ਕੀਤੀ, ਮਹਾਰਾਜ ਜੀ ਸਾਡੇ ਤੇ ਕਿਰਪਾ ਕਰੋ। ਸਤਿਗੁਰਾਂ ਨੇ ਉਹਨਾਂ ਨੂੰ ਕਿਹਾ ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਨਾ ਨਾਮ ਜਪਿਆ ਕਰੋ, ਬੰਦਗੀ ਕਰਿਆ ਕਰੋ। ਉਹ ਉਪਦੇਸ਼ ਲੈ ਕੇ ਚਲੇ ਗਏ ਸਿੱਖ। ਥੋੜੇ ਸਮੇਂ ਬਾਅਦ ਫਿਰ ਆ ਕੇ ਮਹਾਰਾਜ ਜੀ ਨੂੰ ਕਹਿੰਦੇ, ਮਹਾਰਾਜ ਜੀ ਤੁਹਾਡੇ ਕੋਲੋਂ ਉਪਦੇਸ਼ ਲਿਆ ਸੀ ਨਾਮ ਸਿਮਰਨ ਬੰਦਗੀ ਦਾ, ਅਸੀਂ ਉਹ ਕਰਮ ਕਰਦੇ ਹਾਂ, ਪਰ ਸਾਡਾ ਮਨ ਨਹੀਂ ਟਿਕਦਾ, ਮਨ ਨਹੀਂ ਟਿਕਦਾ। ਮਹਾਰਾਜ ਜੀ ਕਹਿੰਦੇ ਜਦੋਂ ਪਹਿਲਾਂ ਆਏ ਸੀ, ਉਪਦੇਸ਼ ਲੈਣ ਤੋਂ ਪਹਿਲਾਂ ਆਏ ਸੀ, ਤੁਹਾਨੂੰ ਉਦੋਂ ਪਤਾ ਸੀ ਮਨ ਬਾਰੇ ਕਿ ਮਨ ਕੀ ਹੁੰਦਾ ਹੈ? ਕਹਿੰਦੇ ਨਹੀਂ ਮਹਾਰਾਜ, ਸਾਨੂੰ ਨਹੀਂ ਪਤਾ ਸੀ ਮਨ ਕੀ ਹੁੰਦਾ, ਵੀ ਮਨ ਟਿਕਦਾ ਕਿਵੇਂ ਆ। ਤੇ ਮਹਾਰਾਜ ਕਹਿਣ ਲੱਗੇ ਹੁਣ ਤੁਸੀਂ ਅਭਿਆਸ ਕਰਦੇ, ਤੁਹਾਨੂੰ ਪਤਾ ਲੱਗ ਗਿਆ ਨਾ ਕਿ ਮਨ ਟਿਕਦਾ ਨਹੀਂ ਸਾਡਾ। ਕਹਿੰਦੇ ਹਾਂ ਮਹਾਰਾਜ ਸਾਨੂੰ ਹੁਣ ਪਤਾ ਲੱਗ ਗਿਆ। ਮਹਾਰਾਜ ਕਹਿੰਦੇ ਇਹ ਵੀ ਇੱਕ ਅਵਸਥਾ ਹੈ, ਬਿਮਾਰੀ ਤਾਂ ਲੱਭ ਗਈ ਨਾ। ਜੇ ਹੁਣ ਬਿਮਾਰੀ ਲੱਭ ਜਾਵੇ, ਰੋਗ ਲੱਭ ਜਾਵੇ, ਤੇ ਉਹਦਾ ਇਲਾਜ ਵੀ ਬੰਦਾ ਕਰ ਲੈਂਦਾ। ਜਿਹਨੂੰ ਪਤਾ ਹੀ ਨਹੀਂ ਵੀ ਮੇਰਾ ਮਨ ਟਿਕਦਾ ਕਿ ਨਹੀਂ ਟਿਕਦਾ, ਤੇ ਉਹ ਇਹਦਾ ਇਲਾਜ ਕੀ ਕਰੇਗਾ? ਜਿਹਨੂੰ ਪਤਾ ਹੀ ਨਹੀਂ, ਜਿਵੇਂ ਹੁਣ ਕਾਜੀ ਸੀ, ਨਵਾਬ ਸੀ, ਉਹ ਤਾਂ ਨਮਾਜ਼ਾਂ ਪੜ੍ਹੀ ਜਾਂਦੇ ਸੀ, ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਮਨ ਟਿਕਣਾ ਕੀ ਹੁੰਦਾ। ਜਿਹਨੂੰ ਰੋਗ ਲੱਗ ਪਿਆ, ਵੀ ਸਾਨੂੰ ਰੋਗ ਹੈ ਵੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਕਥਾ ਕੀਰਤਨ ਸੁਣਦੇ ਹਾਂ, ਉਦੋਂ ਸਾਡਾ ਮਨ ਨਹੀਂ ਟਿਕਦਾ। ਮਨ ਭੱਜਿਆ ਫਿਰਦਾ, ਆਸੇ ਪਾਸੇ ਨਿਕਲ ਜਾਂਦਾ, ਕਦੇ ਘਰੇ ਚਲਾ ਜਾਂਦਾ, ਕਦੇ ਖੇਤਾਂ 'ਚ ਚਲਾ ਜਾਂਦਾ, ਕਦੇ ਪਸ਼ੂਆਂ ਵੱਲੀ ਚਲਾ ਜਾਂਦਾ। ਮਨ ਤਾਂ ਟਿਕ ਨਹੀਂ ਨਾ ਰਿਹਾ, ਮਨ ਤਾਂ ਖੰਡ ਖੰਡ ਹੋਇਆ ਪਿਆ, ਟੁਕੜੇ ਟੁਕੜੇ ਹੋਇਆ ਪਿਆ। ਤੇ ਜਿਵੇਂ ਹੁਣ ਇੱਕ ਬੀਜ ਟੁਕੜੇ ਟੁਕੜੇ ਕਰ ਦਈਏ, ਕਣਕ ਦਾ ਬੀਜ ਲੈ ਲਈਏ, ਕਿਸੇ ਵੀ ਫਸਲ ਦਾ ਬੀਜ, ਕੋਈ ਦਾਲ ਲੈ ਲਈਏ, ਉਹਨੂੰ ਟੁਕੜੇ ਟੁਕੜੇ ਕਰ ਦਈਏ, ਉਹ ਉਗਦਾ ਨਹੀਂ। ਉਵੇਂ ਹੀ ਖੰਡ ਖੰਡ ਜਿਹੜਾ ਮਨ ਹੈ ਨਾ, ਉਸ ਖੰਡ ਖੰਡ ਹੋਏ ਮਨ ਦੇ ਨਾਲ ਕੀਤੇ ਹੋਏ ਧਾਰਮਿਕ ਕਰਮ ਉਹ ਜੰਮਦੇ ਨਹੀਂ, ਭਾਵ ਕਿ ਉਹ ਬਹੁਤਾ ਫਲ ਨਹੀਂ ਦਿੰਦੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਕਿ ਤੂੰ ਮਨ ਇੱਕ ਚਿੱਤ ਹੋ ਕੇ ਪਰਮੇਸ਼ਰ ਦਾ ਆਰਾਧਨ ਕਰ। ਤੇ ਜਦੋਂ ਇੱਕ ਮਨ ਇੱਕ ਚਿੱਤ ਹੋ ਕੇ ਤੂੰ ਗੁਰੂ ਦਾ ਆਰਾਧਨ ਕਰੇਗਾ ਨਾ, ਤੇਰੇ ਤੇ ਬਖਸ਼ਿਸ਼ ਹੋਵੇਗੀ। ਤੇਰੀ ਅਵਸਥਾ ਫਿਰ ਉਹ ਗੁਰਮੁਖ ਦੀ ਅਵਸਥਾ ਦੱਸ ਰਹੇ ਇੱਥੇ ਭਾਈ ਸਾਹਿਬ, ਕਿ ਜਿਹੜੇ ਗੁਰਮੁਖ ਇੱਕ ਮਨ ਇੱਕ ਚਿੱਤ ਹੋ ਕੇ ਉਸ ਵਾਹਿਗੁਰੂ ਦਾ ਜਾਪ ਕਰਦੇ ਆ, ਉਹ ਸਮਿਆਂ ਤੋਂ ਉੱਪਰ ਲੰਘ ਜਾਂਦੇ ਆ। ਉਹਨਾਂ ਤੇ ਸਮੇਂ ਦਾ ਅਸਰ ਨਹੀਂ ਹੁੰਦਾ। ਫਿਰ ਸਮਾਂ ਤਾਂ ਸਿਰਫ ਦੁਨੀਆ ਵਾਸਤੇ ਹੈ ਨਾ,
ਪਰ ਜਿਹੜੇ ਵਾਹਿਗੁਰੂ ਦਾ ਹੀ ਰੂਪ ਹੋ ਜਾਂਦੇ ਆ ਉਹਨਾਂ ਵਾਸਤੇ ਸਮਾਂ ਨਹੀਂ ਹੁੰਦਾ ਕੋਈ। ਤੇ ਉਹਨਾਂ ਦੀਆਂ ਜਿਹੜੀਆਂ ਅਵਸਥਾ ਨੇ ਆਦ ਮੱਧ ਅੰਤ, ਉਹਨਾਂ ਨੂੰ ਵੀ ਜਿੱਤ ਕਰਕੇ ਕਹਿੰਦੇ ਉਹਨਾਂ ਦੇ ਯਥਾਰਥ ਦੇ ਵਿੱਚ ਸੱਚ ਦੇ ਰੂਪ ਵਿੱਚ ਆ ਜਾਂਦੇ ਆ। ਉਹ ਮਨ ਬਚ ਕਰਮ ਇਕੱਤਰ ਕਰ, ਜੰਮਣ ਮਰਨ ਜੀਵਨ ਜਨਿਆਏ। ਮਨ ਬਚਨ ਕਰਮ ਸਰੀਰ ਤਿੰਨਾਂ ਨੂੰ ਇਕੱਤਰ ਕਰਕੇ ਇੱਕ ਹੋ ਗਿਆ। ਵੀ ਮਨ ਬਚਨ ਤੇ ਕਰਮ ਇਹ ਤਿੰਨ ਚੀਜ਼ਾਂ ਨੇ ਵੀ ਇੱਕੋ ਚੀਜ਼ ਹੀ ਹੋ ਗਈ। ਜੋ ਮਨ ਦੇ ਵਿੱਚ ਹੈ ਸਰੀਰ ਤੇ ਵੀ ਉਹੀ, ਬਚਨਾਂ ਵਿੱਚ ਵੀ ਉਹੀ। ਜਿਹਨੂੰ ਮਹਾਰਾਜ ਜੀ ਕਹਿੰਦੇ ਨਾ, ਆਪਾਂ ਪੜ੍ਹਦੇ ਜਦੋਂ ਸੁਖਮਣੀ ਸਾਹਿਬ, ਉਹਦੇ 'ਚ ਬ੍ਰਹਮ ਗਿਆਨੀ ਦੇ ਲੱਛਣ ਮਹਾਰਾਜ ਜੀ ਨੇ ਦੱਸੇ। ਤੇ ਸਲੋਕ ਵਿੱਚ ਮਹਾਰਾਜ ਕਹਿੰਦੇ ਮਨ ਸਾਚਾ ਮੁਖ ਸਾਚਾ ਸੋਏ, ਆਵਰ ਨਾ ਪੇਖੈ ਏਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਮਨ ਬਚ ਕਰਮ, ਮਨ ਬਚ ਕਰਮ ਵੀ ਮਨ ਕਰਕੇ ਵੀ, ਬਚਨਾ ਕਰਕੇ ਵੀ ਤੇ ਸਰੀਰ ਕਰਕੇ ਵੀ ਜਿਹੜਾ ਮਨੁੱਖ ਇੱਕੋ ਹੀ ਹੋ ਜਾਂਦਾ ਹੈ, ਫਰਕ ਨਹੀਂ ਰਹਿੰਦਾ। ਉਹਦਾ ਮਨ ਵੀ ਉੱਥੇ ਟਿਕਿਆ ਹੁੰਦਾ, ਉਹਦੇ ਬਚਨਾਂ ਵਿੱਚ ਵੀ ਉਹੀ ਹੁੰਦਾ ਤੇ ਸਰੀਰ ਤੋਂ ਵੀ ਉਹੀ ਵਾਹਿਗੁਰੂ ਦੇ ਦਰਸ਼ਨ ਹੁੰਦੇ ਨੇ। ਜੰਮਣ ਮਰਨ ਜੀਵਨ ਜਨਿਆਏ। ਅੱਗੇ ਜੰਮਣਾ ਮਰਨਾ ਤੇ ਜਿਉਣਾ, ਇਹ ਤਿੰਨੇ ਦਿਸ਼ਾ ਨੂੰ ਲੰਘ ਕੇ ਇਹਨਾਂ ਤੋਂ ਵੀ ਉੱਪਰ ਉੱਠ ਜਾਂਦਾ। ਜੰਮਣ ਮਰਨ ਤੋਂ ਰਹਿਤ ਹੋ ਜਾਂਦਾ, ਜੀਵਨ ਮੁਕਤ ਪੁਰਸ਼ ਬਣ ਜਾਂਦਾ, ਉੱਪਰ ਲੰਘ ਜਾਂਦਾ ਗੁਰਮੁਖ। ਇਹਨਾਂ ਨੂੰ ਵੀ ਜਿੱਤ ਕੇ ਘਰ ਵਿੱਚ ਆ ਜਾਂਦਾ। ਆਦ ਵਿਆਦ ਉਪਾਦ ਸਾਧ, ਸੁਰਗ ਮਿਰਤ ਪਾਤਾਲ ਨਿਵਾਏ। ਗੁਰਮੁਖ ਜਿਹੜਾ ਉਹਦੇ ਉੱਤੇ ਆਦੀਆਂ ਵਿਆਦੀਆਂ ਤੇ ਉਪਾਦੀਆਂ ਅਸਰ ਨਹੀਂ ਕਰਦੀਆਂ। ਆਪਾਂ ਪੜ੍ਹਦੇ ਨਾ ਮਹਾਰਾਜ ਦੇ ਵਿੱਚ ਤੀਨੇ ਤਾਪ ਨਿਵਾਰਨ ਹਾਰਾ, ਇਹ ਤਿੰਨਾਂ ਤਾਪਾਂ ਨੂੰ ਦੂਰ ਕਰ ਦਿੰਦਾ। ਆਦੀ ਵਿਆਦੀ ਉਪਾਦੀ, ਮਨ ਦੇ ਪਾਪ, ਮਨ ਦੇ ਰੋਗ, ਸਰੀਰ ਦੇ ਰੋਗ, ਉਪਾਦੀ ਬਾਹਰੋਂ ਕੋਈ ਰੋਗ ਆ ਜਾਣਾ, ਬਾਹਰੋਂ ਕੋਈ ਲੜਾਈ ਝਗੜਾ ਹੋ ਜਾਣਾ, ਇਹ ਤਿੰਨੇ ਹੀ ਰੋਗ ਜਿਹੜੇ ਉਹਨਾਂ ਨੂੰ ਵੀ ਸਾਧ ਕਰਕੇ ਉਹਨਾਂ ਤੋਂ ਵੀ ਉੱਪਰ ਉੱਠ ਜਾਂਦਾ। ਨਾ ਤਾਂ ਉਹਨੂੰ ਮਨ ਦੇ ਰੋਗ ਲੱਗਦੇ ਆ, ਮਾਨਸਿਕ ਰੋਗ, ਨਾ ਹੀ ਉਹਨੂੰ ਸਰੀਰਕ ਰੋਗ ਲੱਗਦੇ ਆ ਤੇ ਉਹ ਗੁਰਮੁਖ ਬਣ ਜਾਂਦਾ, ਤੇ ਨਾ ਹੀ ਉਹਨਾਂ ਨੂੰ ਕੋਈ ਲੜਾਈ ਝਗੜੇ ਵਾਲਾ ਰੋਗ ਲੱਗਦਾ। ਇਹਨਾਂ ਤੋਂ ਉੱਪਰ ਲੰਘ ਕਰਕੇ ਸੁਰਗ ਮਿਰਤ ਪਾਤਾਲ ਨਵਾਏ। ਤੇ ਸੁਰਗ ਲੋਕ, ਮਾਤ ਲੋਕ ਤੇ ਪਤਾਲ, ਇਹ ਤਿੰਨੇ ਕਹਿੰਦੇ ਨਵਾ ਦਿੱਤੇ, ਇਹਨਾਂ ਨੂੰ ਵੀ ਪਾਰ ਕਰ ਜਾਂਦੇ। ਇਹ ਵੀ ਤਾਂ ਕਹਿੰਦੇ ਆ ਨਾ ਪੁਰੀਆਂ ਨੇ ਨਾ ਜਿਹੜੀਆਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੀਆਂ ਪੁਰੀਆਂ ਹੋ ਗਈਆਂ, ਇਹ ਵੀ ਧੰਨਤਾ ਦੇ ਯੋਗ ਮੰਨਦੇ ਆਪਣੇ ਆਪ ਨੂੰ, ਕਿਉਂਕਿ ਗੁਰਮੁਖ ਬੰਦਗੀ ਕਰਨ ਵਾਲਾ ਇਹਨਾਂ ਦੇ ਵਿੱਚ ਆ ਕੇ ਆਪਣੇ ਚਰਨ ਪਾਵੇ ਤੇ ਉਹ ਕਹਿੰਦੇ ਕਿ ਅਸੀਂ ਪਵਿੱਤਰ ਹੋ ਜਾਂਦੇ। ਇਸ ਤਰ੍ਹਾਂ ਉੱਤਮ ਮੱਧਮ ਨੀਚ ਸਾਧ, ਬਾਲਕ ਜੋਬਨ ਬਿਰਧ ਜਨਾਏ। ਤੇ ਅੱਗੇ ਉੱਤਮ ਮੱਧਮ ਤੇ ਨੀਚ ਤਿੰਨ ਦਰਜਿਆਂ ਨੂੰ ਸਾਧ ਕੇ ਇਹਨਾਂ ਦੀ ਪਕੜ ਵਿੱਚੋਂ ਵੀ ਨਿਕਲ ਗਏ। ਕਿਉਂਕਿ ਆਮ ਬੰਦਾ ਕਹਿੰਦਾ ਉਹ ਉੱਚਾ ਵਾ, ਆਹ ਨੀਵਾਂ, ਆਹ ਗਰੀਬ ਹੈ, ਆਹ ਅਮੀਰ ਹੈ, ਇਹਦੇ ਵਿੱਚ ਹੀ ਫਸਿਆ ਹੋਇਆ। ਕਿਸੇ ਨੂੰ ਨੀਵਾਂ ਗਿਣੀ ਜਾਂਦਾ, ਕਿਸੇ ਨੂੰ ਉੱਚਾ ਗਿਣੀ ਜਾਂਦਾ, ਕਿਸੇ ਨੂੰ ਵਿਚਕਾਰਲੀ ਜੀ ਅਵਸਥਾ ਵਾਲਾ ਗਿਣੀ ਜਾਂਦਾ ਵੀ ਨਾ ਇਹ ਗਰੀਬ ਹੈ, ਨਾ ਇਹ ਅਮੀਰ ਹੈ, ਨਾ ਇਹ ਉੱਚਾ ਹੈ, ਨਾ ਇਹ ਨੀਵਾਂ। ਪਰ ਇਹਨਾਂ ਤਿੰਨਾਂ ਦੀ ਪਕੜ ਤੋਂ ਜਿਹੜਾ ਗੁਰਮੁਖ ਹੈ ਨਾ ਉਹ ਉੱਪਰ ਉੱਠ ਜਾਂਦਾ ਹੈ, ਉਹ ਇਸ ਚੀਜ਼ ਨੂੰ ਨਹੀਂ ਵੇਖਦਾ। ਬਾਲਕ ਜੋਬਨ ਬਿਰਧ ਜਨਾਏ, ਤੇ ਤਿੰਨ ਹੀ ਅਵਸਥਾ ਨੇ, ਤਿੰਨ ਉਮਰਾਂ ਨੇ। ਬਾਲਕ ਹੋ ਗਿਆ, ਜੋਬਨ ਜਵਾਨੀ ਹੋ ਗਈ, ਬਿਰਧ ਬੁਢੇਪਾ ਹੋ ਗਿਆ। ਇਹਨਾਂ ਨੂੰ ਵੀ ਜਿੱਤ ਲਿਆ। ਜਿੱਤਿਆ ਕਵੇਂ ਕਿ ਉਹਨਾਂ ਨੇ ਆਪਣੀ ਜਵਾਨੀ ਵੀ ਤੇ ਬਾਲਕਪੁਣਾ ਵੀ ਤੇ ਬੁਢੇਪਾ ਵੀ ਜਿਹੜਾ ਨਾ ਉਹ ਸਫਲ ਕੀਤਾ, ਅਫਲ ਨਹੀਂ ਹੋਇਆ। ਬਾਲਕ ਅਵਸਥਾ ਵਿੱਚ ਵੀ ਉਹਨਾਂ ਨੇ ਨਾਮ ਜਪਿਆ, ਬੰਦਗੀ ਕੀਤੀ, ਉਹਨੂੰ ਵੀ ਸਫਲ ਕਰ ਲਿਆ। ਜਵਾਨੀ ਵਿੱਚ ਨਾਮ ਜਪਿਆ, ਉਹਨੂੰ ਵੀ ਸਫਲ ਕਰ ਲਿਆ। ਤੇ ਜਿਹਨੇ ਬਾਲਕ ਅਵਸਥਾ ਵਿੱਚ ਨਾਮ ਜਪਿਆ, ਜਵਾਨੀ ਵਿੱਚ ਜਪਿਆ, ਉਹਨੇ ਬੁਢੇਪਾ ਵੀ ਆਪਣਾ ਸਫਲ ਕਰ ਲਿਆ, ਬੁਢੇਪੇ ਵਿੱਚ ਵੀ ਨਾਮ ਜਪਿਆ। ਜਿਵੇਂ ਬਾਬਾ ਬੁੱਢਾ ਸਾਹਿਬ ਜੀ ਬਚਪਨ ਵਿੱਚ ਆਏ ਨਾ 12 ਸਾਲ ਦੀ ਉਮਰ 'ਚ, ਤੇ 125 ਸਾਲ ਦੀ ਉਮਰ ਭੋਗੀ ਉਹਨਾਂ ਨੇ, ਤੇ 113 ਸਾਲ ਗੁਰੂ ਘਰ ਦੀ ਸੇਵਾ ਕੀਤੀ, ਆਪਣਾ ਜੀਵਨ ਸਫਲ ਕਰ ਲਿਆ, ਜਿੱਤ ਗਏ ਨਾ। ਜਿੱਦਣ ਦੇਖੋ ਬਾਬਾ ਬੁੱਢਾ ਸਾਹਿਬ ਜੀ ਦਾ ਸੰਸਕਾਰ ਕਰਦੇ ਨਾ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ, ਉਸ ਸਮੇਂ ਮਹਾਰਾਜ ਜੀ ਕਹਿੰਦੇ ਵਧਾਈ ਹੋਵੇ, ਵਧਾਈ ਹੋਵੇ। ਸਿੱਖ ਪੁੱਛਦੇ ਮਹਾਰਾਜ ਕਾਹਦੀ ਵਧਾਈ? ਵੀ ਬਾਬਾ ਬੁੱਢਾ ਸਾਹਿਬ ਜੀ ਤਾਂ ਸੰਸਾਰ ਚੋਂ ਜਾ ਰਹੇ ਨੇ, ਤੁਸੀਂ ਕਹਿੰਦੇ ਹੋ ਵਧਾਈ। ਮਹਾਰਾਜ ਜੀ ਕਹਿੰਦੇ ਜਿਹੜੇ ਜਿੱਤ ਕੇ ਜਾਂਦੇ ਨੇ ਨਾ ਉਹਨਾਂ ਨੂੰ ਵਧਾਈਆਂ ਮਿਲਦੀਆਂ ਨੇ। ਵੀ ਬਾਬਾ ਬੁੱਢਾ ਸਾਹਿਬ ਜੀ ਜੀਵਨ ਦੀ ਬਾਜੀ ਜਿੱਤ ਕੇ ਗਏ ਆ। ਸੰਸਾਰ ਦੇ ਵਿੱਚ ਦੁਨੀਆ ਤਾਂ ਬਹੁਤ ਆਉਂਦੀ, ਬੜੇ ਲੋਕ ਆਉਂਦੇ, ਬਾਬਾ ਬੁੱਢਾ ਸਾਹਿਬ ਜੀ ਦੇ ਨਗਰ ਦੇ ਕਿੰਨੇ ਲੋਕ ਹੋਣਗੇ।
ਕਿ ਹਰ ਕੋਈ ਬਾਬਾ ਬੁੱਢਾ ਸਾਹਿਬ ਜੀ ਵਰਗਾ ਬਣ ਗਿਆ? ਜੀਵਨ ਦੀ ਬਾਜੀ ਕੋਈ ਵਿਰਲਾ ਜਿੱਤਦਾ। ਤਾਂ ਹੀ ਮਹਾਰਾਜ ਬਾਣੀ ਦਾ ਕਹਿੰਦਾ ਜਨਮ ਪਦਾਰਥ ਜੀਤ। ਇਹ ਜਨਮ ਪਦਾਰਥ ਮਿਲਿਆ ਤੈਨੂੰ, ਇਹਨੂੰ ਜਿੱਤਣਾ। ਆਪਾਂ ਹਾਰ ਕੇ ਨਹੀਂ ਜਾਣਾ। ਹਾਰ ਕੇ ਤਾਂ ਸਾਰੇ ਹੀ ਜਾਂਦੇ ਆ। ਆਏ ਸੰਸਾਰ 'ਚ ਖਾਧਾ ਪੀਤਾ ਐਸ਼ ਪ੍ਰਸਤੀ ਕੀਤੀ, ਜੰਮੇ ਤੇ ਮਰ ਗਏ ਬਸ। ਇਸ ਤਰ੍ਹਾਂ ਤਾਂ ਸਾਰੇ ਹੀ ਕਰਦੇ ਆ ਨਾ। ਪਰ ਜੀਵਨ ਦੀ ਬਾਜੀ ਜਿੱਤ ਕੇ ਕੋਈ ਵਿਰਲਾ ਜਾਂਦਾ। ਜਿਵੇਂ ਮਹਾਰਾਜ ਕਹਿੰਦੇ ਨਾ ਸਫਲ 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 ਭਈ ਯਾਤਰਾ, ਆਵਣ ਜਾਣ ਰਹੇ ਮਿਲੇ ਹਰ ਸਾਧਾ। ਵੀ ਆਵਣ ਜਾਣਾ ਮੁੱਕ ਜਾਵੇ, ਟੇਢੀਆਂ ਮੇਢੀਆਂ ਜੂਨਾਂ ਵਿੱਚ ਪੈਣਾ ਜਿਹੜਾ ਸਾਡਾ ਉਹ ਮੁੱਕ ਜਾਵੇ। ਇਹ ਕਿਸੇ ਵਿਰਲੇ ਦਾ ਹੀ ਹੁੰਦਾ ਹੈ। ਇਹ ਕਿਸੇ ਵਿਰਲੇ ਦਾ ਹੀ ਹੁੰਦਾ ਹੈ। ਹੁਣ ਜੀਵਨ ਮੁਕਤ ਪੁਰਸ਼ ਹੀ ਹੈ ਨਾ ਕਿ 90 ਸਾਲ ਦੇ ਨੇ ਭਾਈ ਮਨੀ ਸਿੰਘ ਜੀ। 90 ਸਾਲ ਦੀ ਉਮਰ ਹੈ ਭਾਈ ਮਨੀ ਸਿੰਘ ਜੀ ਦੀ, ਜਦੋਂ ਉਹਨਾਂ ਨੂੰ ਫੜਿਆ ਗਿਆ। ਆ ਦੀਵਾਲੀ ਦਾ ਦਿਨ ਆਉਣਾ ਨਾ, ਦੀਵਾਲੀ ਦਾ ਜੋੜ ਮੇਲਾ ਸਿੱਖ ਕੌਮ ਸ਼ੁਰੂ ਤੋਂ ਮਨਾਉਂਦੀ ਰਹੀ। 2 ਜੋੜ ਮੇਲੇ ਪਹਿਲਾਂ ਮਹਾਰਾਜ ਦੇ ਸਮੇਂ ਮਨਾਏ ਜਾਂਦੇ ਰਹੇ। ਇੱਕ ਵਿਸਾਖੀ ਦਾ ਜੋੜ ਮੇਲਾ, ਇੱਕ ਦੀਵਾਲੀ ਦਾ ਜੋੜ ਮੇਲਾ। ਤੇ ਦੀਵਾਲੀ ਦੇ ਜੋੜ ਮੇਲੇ ਨੂੰ ਮਨਾਉਣ ਵਾਸਤੇ ਹੀ ਮਨਜ਼ੂਰੀ ਲਈ ਸਰਕਾਰ ਕੋਲੋਂ 10,000 ਰੁਪਈਆ, ਕਿਸੇ ਨੇ 5,000 ਦਾ ਜ਼ਿਕਰ ਕੀਤਾ ਵੀ ਟੈਕਸ ਭਰ ਦੇਵਾਂਗੇ ਅਸੀਂ। ਮਨਜ਼ੂਰੀ ਮਿਲ ਗਈ, ਸਾਰਿਆਂ ਨੂੰ ਸੱਦਾ ਪੱਤਰ ਭੇਜ ਦਿੱਤਾ ਗਿਆ। ਪਰ ਕਹਿੰਦੇ ਜਦੋਂ ਉਹਨਾਂ ਦੀ ਨੀਤੀ ਸੀ ਕਿ ਜਦੋਂ ਸਿੱਖ ਸਾਰੇ ਇੱਥੇ ਇਕੱਠੇ ਹੋਣਗੇ, ਸਿੰਘ ਇਕੱਠੇ ਹੋਣਗੇ ਤੇ ਇਹਨਾਂ ਤੇ ਹਮਲਾ ਕਰ ਦਿਆਂਗੇ। ਵੀ ਜੰਗਲ 'ਚੋਂ ਲੱਭ ਕੇ ਮਾਰਨੇ ਬੜੇ ਔਖੇ ਆ, ਵੀ ਇੱਥੇ ਮਾਰ ਦਿਆਂਗੇ ਇਕੱਠੇ ਕਰਕੇ। ਜਦੋਂ ਭਾਈ ਮਨੀ ਸਿੰਘ ਨੂੰ ਉਹਨਾਂ ਦੀ ਇਸ ਨੀਤੀ ਦਾ ਪਤਾ ਲੱਗਾ ਕਿ ਬਦਨੀਤੀ ਹੋ ਚੁੱਕੀ ਹੈ, ਤੇ ਭਾਈ ਸਾਹਿਬ ਜੀ ਨੇ ਫਿਰ ਚਿੱਠੀਆਂ ਲਿਖੀਆਂ ਖਾਲਸੇ ਪੰਥ ਨੂੰ ਕਿ ਤੁਸੀਂ ਇੱਥੇ ਨਹੀਂ ਆਉਣਾ। ਵੀ ਸਰਕਾਰ ਦੀ ਨੀਤੀ ਮਾੜੀ, ਆਪਾਂ ਨੂੰ ਮਾਰਨ ਦੀ ਨੀਤੀ ਆ। ਤੇ ਜਦੋਂ ਉੱਥੇ ਕੋਈ ਚੜਾਵਾ ਨਾ ਚੜਿਆ ਤੇ ਭਾਈ ਸਾਹਿਬ ਨੂੰ ਕਿਹਾ ਗਿਆ ਕਿ ਜਿਹੜਾ ਤੁਸੀਂ ਕਿਹਾ ਸੀ ਟੈਕਸ ਦੇਵਾਂਗੇ 5 ਜਾਂ 10,000 ਦਿਓ। ਭਾਈ ਸਾਹਿਬ ਜੀ ਕਹਿਣ ਲੱਗੇ ਜਦੋਂ ਅਸੀਂ ਮੇਲਾ ਹੀ ਨਹੀਂ ਮਨਾਇਆ ਤੇ ਟੈਕਸ ਕਾਹਦਾ? ਫਿਰ ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਦੇ ਨਾਲ ਉਹਨਾਂ ਦੇ ਭਤੀਜੇ ਵੀ, ਪੁੱਤਰ ਵੀ, ਪਤਨੀ ਵੀ। ਤੇ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਫਿਰ ਸਜ਼ਾ ਸੁਣਾਈ ਗਈ ਕਿ ਇਹਨਾਂ ਦਾ ਬੰਦ ਕੱਟਿਆ ਜਾਵੇ। 90 ਸਾਲ ਦੀ ਉਮਰ ਭਾਈ ਮਨੀ ਸਿੰਘ ਜੀ ਦੀ। ਤੇ ਜਲਾਦ ਜਦੋਂ ਬੰਦ ਕੱਟਣ ਲੱਗਾ ਨਾ ਤੇ ਉਹ ਗੁੱਟ ਤੋਂ ਵੱਢਣ ਲੱਗਾ। ਤੇ ਉਹਨੂੰ ਕਹਿੰਦੇ ਜਲਾਦਾ ਤੈਨੂੰ ਪਤਾ ਨਹੀਂ ਤੇਰੇ ਮਾਲਕ ਦਾ ਹੁਕਮ ਹੈ ਬੰਦ ਕੱਟਣਾ, ਤੈਨੂੰ ਪਤਾ ਨਹੀਂ ਬੰਦ ਕਿਹਨੂੰ ਕਹਿੰਦੇ? ਆ ਜੋੜ ਤੋਂ ਬੰਦ ਆ, ਇੱਥੋਂ ਪੋਟੇ ਤੋਂ ਕੱਟਣਾ ਸ਼ੁਰੂ ਕਰ। ਵੀ ਉਂਗਲ ਦੇ ਵੀ ਬੰਦ ਨੇ, ਜਿੱਥੇ ਜੋੜ ਹੈ ਜਿੱਥੇ ਉੱਥੋਂ ਕੱਟਣਾ ਸ਼ੁਰੂ ਕਰ। ਦੇਖੋ 90 ਸਾਲ ਦੀ ਉਮਰ, ਜੀਵਨ ਮੁਕਤ ਪੁਰਸ਼ ਹੈ ਨਾ। ਸਾਰੀ ਜ਼ਿੰਦਗੀ ਜਦੋਂ ਮਹਾਰਾਜ ਦੇ ਚਰਨਾਂ ਵਿੱਚ ਆਏ ਸੀ ਨਾ, 7ਵੇਂ ਪਾਤਸ਼ਾਹ ਜੀ ਦੇ ਸਮੇਂ ਆਏ ਸੀ ਭਾਈ ਮਨੀ ਸਿੰਘ ਜੀ। ਸਾਡੇ ਵਿਦਵਾਨ ਇਹ ਗੱਲ ਕਹਿੰਦੇ ਆ। 2 ਹੋਏ, ਇਹ ਵੀ ਵਿਦਵਾਨ ਕਹਿੰਦੇ ਵੀ ਭਾਈ ਮਨੀ ਸਿੰਘ ਜੀ ਵੀ 2 ਹੋਏ ਪੰਥ ਦੇ ਵਿੱਚ। ਇਹ ਵੀ ਕਈ ਵਿਦਵਾਨ ਕਹਿੰਦੇ ਆ। ਤੇ ਜਦੋਂ ਮਹਾਰਾਜ ਜੀ ਦੇ ਕੋਲ ਆਏ ਸੀ ਤੇ ਮਹਾਰਾਜ 7ਵੇਂ ਪਾਤਸ਼ਾਹ ਜੀ ਨੇ ਪੁੱਛਿਆ ਸੀ ਪਿਤਾ ਜੀ ਮਈਆ ਰਾਮ ਜੀ ਤੋਂ ਵੀ ਤੁਹਾਡੇ ਪੁੱਤਰ ਦਾ ਕੀ ਨਾਮ? ਕਹਿੰਦੇ ਜੀ ਮਣੀ ਰਾਮ। ਤੇ ਮਹਾਰਾਜ 7ਵੇਂ ਪਾਤਸ਼ਾਹ ਨੇ ਬਚਨ ਕਰ ਦਿੱਤੇ ਸੀ ਮਣੀਆਂ ਗੁਣੀਆਂ ਹੋਵੇ ਜਗ ਮਾਹੀ। ਇਹ ਭਾਈ ਮਨੀ ਸਿੰਘ ਜਿਹੜਾ ਨਾ ਇਹ ਗੁਣੀਆਂ ਹੋਵੇਗਾ, ਵਿਦਵਾਨ ਹੋਵੇਗਾ ਜਗਤ ਦੇ ਵਿੱਚ। ਤੇ ਬਹੁਤ ਵੱਡੇ ਵਿਦਵਾਨ ਸੀ ਭਾਈ ਮਨੀ ਸਿੰਘ ਜੀ। ਪਰ ਦੇਖੋ ਉਹਨਾਂ ਨੇ ਆਪਣਾ ਜੀਵਨ, ਬਚਪਨ ਵੀ, ਜਵਾਨੀ ਵੀ ਤੇ ਬੁਢੇਪਾ ਵੀ ਜਿਹੜਾ ਸਫਲ ਕਰ ਲਿਆ, ਉਹਨਾਂ ਨੂੰ ਜਿੱਤ ਲਿਆ। ਏੜਾ ਪਿੰਗਲਾ ਸੁਖਮਣਾ ਤ੍ਰਿਕੁਟੀ ਲੰਘ ਤਰਬੇਣੀ ਨਹਾਏ। ਏੜਾ ਪਿੰਗਲਾ ਤੇ ਸੁਖਮਣਾ, ਇਹ ਸਵਾਸ ਲੈਣ ਦੀ ਇੱਕ ਕਿਰਿਆ ਨੂੰ ਕਿਹਾ ਜਾਂਦਾ। ਜਿਵੇਂ ਸੱਜੀ ਸੁਰ ਉਹਨੂੰ ਪਿੰਗਲਾ ਕਹਿ ਦਿੰਦੇ, ਖੱਬੀ ਸੁਰ ਏੜਾ ਕਹਿ ਦਿੰਦੇ। ਵੀ ਇੱਧਰ ਇੱਕ ਨਾਸਕਾ ਥਾਣੀ ਸਵਾਸ ਚੜਾਉਣੇ, ਦੂਜੀ ਥਾਣੀ ਉਤਾਰਨੇ, ਸਵਾਸਾਂ ਦੇ ਨਾਲ ਹੀ ਬੰਦਗੀ ਕਰਨੀ, ਵਾਹਿਗੁਰੂ ਦਾ ਮੰਤਰ ਨਾਲ ਜੋੜ ਕੇ ਚਲਾਉਣਾ। ਤੇ ਸੁਖਮਣਾ ਆ ਤ੍ਰਿਕੁਟੀ ਇੱਥੇ ਜਾ ਕੇ ਮੱਥੇ ਦੇ ਵਿੱਚ ਧਿਆਨ ਨੂੰ ਟਿਕਾਉਣਾ, ਇਹਨੂੰ ਤ੍ਰਿਕੁਟੀ ਕਹਿੰਦੇ ਆ, ਇਹਨੂੰ ਸੁਖਮਣਾ ਕਹਿੰਦੇ ਆ। ਪਰ ਜਿਹੜਾ ਗੁਰਸਿੱਖ ਹੈ ਉਹ ਇਹਨਾਂ ਤੋਂ ਵੀ ਉੱਪਰ ਉੱਠ ਗਿਆ, ਤ੍ਰਿਕੁਟੀ ਤੋਂ ਵੀ ਉੱਪਰ ਲੰਘ ਕੇ ਤਰਬੇਣੀ ਨਹਾਏ। ਜਿਹੜੀ ਉਹ ਸਹਿਜ ਦੀ ਅਵਸਥਾ ਹੈ ਨਾ, ਆਨੰਦ ਦੀ ਅਵਸਥਾ ਹੈ, ਵੀ ਜਿਹੜਾ ਇਹਨਾਂ ਅਵਸਥਾਵਾਂ ਤੋਂ ਵੀ ਪਾਰ ਹੈ। ਕੌਣ? ਵਾਹਿਗੁਰੂ। ਜੋ ਯਥਾਰਥ ਹੈ, ਸੱਚ ਹੈ, ਉਹਨੂੰ ਪ੍ਰਾਪਤ ਕਰ ਲਿਆ ਗੁਰਸਿੱਖਾਂ ਨੇ ਅਸਲ ਵਿੱਚ। ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਤੋਂ, ਕਿਉਂਕਿ ਇਹ ਕਰਮ ਨੇ, ਇੱਕ
ਕਰਮ ਕਰਨੇ ਪੈਂਦੇ ਮਨੁੱਖ ਨੂੰ। ਪਰ ਜਦੋਂ ਕਰਮ ਕਰਦਿਆਂ ਕਰਦਿਆਂ ਵਾਹਿਗੁਰੂ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਨਾ, ਕਰਮਾਂ ਤੋਂ ਉੱਪਰ ਉੱਠ ਜਾਂਦਾ। ਗਿਆਨ ਹੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤੋਂ ਕਰਮ ਹੈ ਨਾਸ। ਭਗਤ ਰਵਿਦਾਸ ਜੀ ਕਹਿੰਦੇ ਨਾ ਵੀ ਗਿਆਨ ਨੂੰ ਪ੍ਰਾਪਤ, ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਕਰਮ ਕਰਨੇ ਪੈਂਦੇ ਆ। ਪਰ ਜਦੋਂ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਫਿਰ ਉਹ ਕਰਮਾਂ ਦੀ ਕੋਈ ਵੈਲਿਊ ਨਹੀਂ ਰਹਿ ਜਾਂਦੀ, ਕੀਮਤ ਨਹੀਂ ਰਹਿ ਜਾਂਦੀ। ਫਿਰ ਉਹ ਕਰਮ ਕਰੇ ਜਾਂ ਨਾ ਕਰੇ। ਪਰ ਗੁਰਸਿੱਖ ਜਿਹੜੇ ਕਰਦੇ, ਗੁਰਸਿੱਖ ਜਿਹੜੇ ਨੇ ਉਹ ਕਰਮ ਉਵੇਂ ਹੀ ਕਰਦੇ, ਭਾਵੇਂ ਉਹ ਬ੍ਰਹਮ ਗਿਆਨੀ ਦੀ ਅਵਸਥਾ ਵਿੱਚ ਚਲੇ ਜਾਣ। ਜਿਵੇਂ ਬਚਨ ਆਉਂਦਾ ਕਿ ਮਹਾਰਾਜ ਜੀ ਆਪ ਬਾਣੀ ਪੜ੍ਹਦੇ, ਪੰਜਵੇਂ ਪਾਤਸ਼ਾਹ ਜੀ ਨਿਤਨੇਮ ਕਰਦੇ, ਸਾਰੇ ਗੁਰੂ ਮਹਾਰਾਜ ਨਿਤਨੇਮ ਕਰਦੇ ਰਹੇ, ਬਾਣੀ ਪੜ੍ਹਦੇ ਰਹੇ, ਸਿਮਰਨ ਕਰਦੇ ਰਹੇ, ਅੰਮ੍ਰਿਤ ਵੇਲੇ ਉੱਠਦੇ ਰਹੇ। ਉਹਨਾਂ ਨੂੰ ਭਾਵੇਂ ਲੋੜ ਨਹੀਂ ਸੀ, ਪਰ ਸਾਡੇ ਵਾਸਤੇ ਪੂਰਨੇ ਪਾਉਣ ਵਾਸਤੇ ਭਾਵੇਂ ਉਹ ਪੁੱਜ ਗਏ, ਭਾਵੇਂ ਉਹ ਪੁੱਜ ਗਏ ਸੀ, ਪੁੱਜੇ ਹੋਏ ਵੀ ਪਹੁੰਚੇ ਹੋਏ ਸੀ। ਅਕਾਲ ਪੁਰਖ ਦੇ ਵਿੱਚ ਭੇਦ ਸੀ, ਉਹਨਾਂ ਦੇ ਵਿੱਚ ਅਭੇਦ ਹੋ ਚੁੱਕੇ ਸੀ, ਵੱਖਰਾਪਣ ਨਹੀਂ ਸੀ, ਗੁਰੂ ਪਰਮੇਸ਼ਰ ਇੱਕੋ ਸੀ। ਪਰ ਫਿਰ ਵੀ ਸਾਨੂੰ ਸਮਝਾਉਣ ਵਾਸਤੇ ਉਹ ਅੰਮ੍ਰਿਤ ਵੇਲੇ ਉੱਠਦੇ ਰਹੇ। ਆਪ ਅੰਮ੍ਰਿਤ ਵੇਲਾ ਉਹਨਾਂ ਨੇ ਸਾਂਭਿਆ ਸਾਨੂੰ ਸਮਝਾਉਣ ਵਾਸਤੇ। ਪਰ ਗੁਰਮੁਖ ਜਿਹੜਾ ਹੁੰਦਾ ਨਾ, ਉਹ ਇਹਨਾਂ ਕਰਮਾਂ ਤੋਂ ਉੱਪਰ ਉੱਠ ਜਾਂਦਾ। ਉਹ ਕਰੇ ਜਾਂ ਨਾ ਕਰੇ ਕੋਈ ਫਰਕ ਨਹੀਂ ਪੈਂਦਾ ਉਹਨੂੰ, ਉਹ ਕਰੇ ਜਾਂ ਨਾ ਕਰੇ, ਕਿਉਂਕਿ ਪਾਪਾਂ ਪੁੰਨਾਂ ਤੋਂ ਉੱਪਰ ਉੱਠ ਜਾਂਦਾ ਉਹ। ਪਰ ਫਿਰ ਵੀ ਉਹ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਉਹ ਕਰਮ ਕਰਦਾ ਹੈ। ਇਸ ਕਰਕੇ ਗੁਰਸਿੱਖ ਜਿਹੜਾ ਤਰਬੇਣੀ, ਅਸਲ ਵਿੱਚ ਸਹਿਜ ਅਵਸਥਾ ਜਿਹੜੀ ਹੈ ਨਾ, ਸਭ ਤੋਂ ਉੱਪਰਲੀ ਅਵਸਥਾ, ਸਾਰੀਆਂ ਸਾਧਨਾ ਤੋਂ ਉੱਪਰ ਅਵਸਥਾ ਹੈ ਜਿਹੜੀ। ਸਾਧਨਾ ਦੀ ਸਾਧਨ ਕਰ ਕਰਕੇ ਇੱਕ ਅਵਸਥਾ ਪ੍ਰਾਪਤ ਹੋ ਜਾਂਦੀ ਮਨੁੱਖ ਨੂੰ। ਉਸ ਅਵਸਥਾ ਦੇ ਵਿੱਚ ਉਹਨਾਂ ਨੇ, ਗੁਰਸਿੱਖਾਂ ਨੇ ਇਸ਼ਨਾਨ ਕਰ ਲਿਆ। ਪਰ ਕਰਦੇ ਕੌਣ ਨੇ? ਭਾਈ ਸਾਹਿਬ ਕਹਿੰਦੇ ਗੁਰਮੁਖ ਇੱਕ ਮਨ ਇੱਕ ਧਿਆਏ। ਜਿਹੜੇ ਗੁਰਮੁਖ ਬਣ ਗਏ, ਗੁਰੂ ਵੱਲ ਮੁਖ ਕਰਕੇ ਚੱਲਦੇ, ਗੁਰੂ ਨੂੰ ਮੁਖੀ ਬਣਾ ਕਰਕੇ ਚੱਲਦੇ, ਇੱਕ ਮਨ ਇੱਕ ਚਿੱਤ ਹੋਰ ਕਰਕੇ ਜਿਹੜੇ ਪਰਮੇਸ਼ਰ ਨੂੰ ਧਿਆਉਂਦੇ ਨੇ ਨਾ, ਆਪਣਾ ਮਨ ਇਕਾਗਰ ਕਰਕੇ ਵਾਹਿਗੁਰੂ ਦੀ ਬੰਦਗੀ ਕਰਦੇ ਆ, ਉਹ ਗੁਰਸਿੱਖ ਜਿਹੜੇ ਨੇ ਉਹ ਸੰਸਾਰ ਦੇ ਵਿੱਚੋਂ ਤਰ ਜਾਂਦੇ ਆ। ਉਹ ਤਿੰਨਾਂ ਦੀ ਅਵਸਥਾ, ਤਿੰਨਾਂ ਦੀ ਤ੍ਰਿਕੁਟੀ ਤੋਂ ਵੀ ਅੱਗੇ ਲੰਘ ਜਾਂਦੇ ਆ। ਉਹਨਾਂ ਦਾ ਮਾਣ ਸਨਮਾਨ ਗੁਰੂ ਜਿਹੜਾ ਹੈ ਕਰਦਾ, ਕਿਉਂਕਿ ਗੁਰਸਿੱਖ ਜਿਹੜਾ ਹੈ ਬੰਦਗੀ ਕਰਨ ਵਾਲਾ, ਉਹਦੇ ਉੱਤੇ ਬੜੀਆਂ ਬਖਸ਼ਿਸ਼ਾਂ ਸਤਿਗੁਰੂ ਮਹਾਰਾਜ ਜੀ ਕਰ ਦਿੰਦੇ ਨੇ। ਸੋ ਭਾਈ ਸਾਹਿਬ ਜੀ ਨੇ ਸਾਡੇ ਤੇ ਕਿਰਪਾ ਕੀਤੀ ਆ। ਇਹ 3 ਨੰਬਰ ਪੌੜੀ ਜਿਹੜੀ ਆ ਭਾਈ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਇਹਦੇ ਵਿੱਚ ਤਿੰਨਾਂ ਦੀ ਗਿਣਤੀ ਦਾ ਜ਼ਿਕਰ ਕੀਤਾ ਮਹਾਰਾਜ ਜੀ ਨੇ ਗੁਰਸਿੱਖਾਂ ਦਾ, ਕਿ ਇਹ 3 ਤ੍ਰਿਕੁਟੀ ਨੂੰ ਸਾਧ ਕਰਕੇ ਉੱਪਰ ਉੱਠ ਜਾਂਦੇ ਨੇ। ਸੋ ਮਹਾਰਾਜ ਸਾਡੇ ਸਾਰਿਆਂ ਤੇ ਕਿਰਪਾ ਕਰਨ। ਵਿਚਾਰ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ। ਸਤਿਗੁਰੂ ਜੀ ਸਤਿਗੁਰਾਂ ਦੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਸੋ ਮਹਾਰਾਜ ਸਾਰਿਆਂ ਤੇ ਕਿਰਪਾ ਕਰਨ, ਸਾਡੇ ਅੰਦਰ ਵੀ ਗੁਰਬਾਣੀ ਦਾ, ਗੁਰੂ ਦਾ, ਸਾਧ ਸੰਗਤ ਦਾ ਪ੍ਰੇਮ ਬਣੇ। ਅਸੀਂ ਵੀ ਇੱਕ ਮਨ ਇੱਕ ਚਿੱਤ ਹੋ ਕਰਕੇ ਪਰਮੇਸ਼ਰ ਦੀ ਬੰਦਗੀ ਕਰੀਏ। ਸਾਡਾ ਮਨ ਵੀ ਕਿਤੇ ਗੁਰੂ ਦੇ ਚਰਨਾਂ ਵਿੱਚ ਟਿਕ ਜਾਵੇ, ਤਾਂ ਕਿ ਸਾਡਾ ਲੋਕ ਪਰਲੋਕ ਸੁਹੇਲਾ ਹੋ ਜਾਵੇ। ਵਿਚਾਰ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ। ਸਤਿਗੁਰੂ ਜੀ ਸਤਿਗੁਰਾਂ ਦੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਈੜਾ ਪਿੰਗੁਲਾ ਸੁਖਮਨਾ, ਤ੍ਰਿਕੁਟੀ ਲੰਘ ਤਰਬੇਣੀ ਨਹਾਏ। ਗੁਰਮੁਖ ਇੱਕ ਮਨ ਇੱਕ ਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾ